ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 265 ਤੇ ਸੁਖਨੀ ਸਾਹਿਬ ਦਾ ਪਾਠ ਚੱਲ ਰਿਹਾ ਹੈ। ਤੀਜੀ ਅਸ਼ਟਪਦੀ ਚੱਲ ਰਹੀ ਹੈ, ਉਹਦਾ ਚੌਥਾ ਬੰਦ ਸ਼ੁਰੂ ਹੋਣਾ। 265 ਸਫੇ ਦੀ ਆਖਰੀ ਪੰਕਤੀ ਹੈ, 3 ਨੰਬਰ ਤੋਂ ਬਾਅਦ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਣ ਨਾ ਧਰਪੈ। ਜਿੰਨੀ ਮਰਜ਼ੀ ਬੰਦੇ ਦੀਆਂ ਸਿਆਣਪਾਂ ਹੋਣ, ਅਗਰ ਉਹ ਨਾਮ ਨਹੀਂ ਜਪਦਾ, ਸ਼ੁਭ ਕਰਮ ਨਹੀਂ ਕਰਦਾ, ਤਾਂ ਜਮ ਦਾ ਜਿਹੜਾ ਡਰ ਹੈ ਉਹ ਲੱਗਾ ਰਹਿੰਦਾ। ਵਿਆਪੈ ਲੱਗੇ ਰਹਿਣਾ, ਉਹਨੂੰ ਜਮਾਂ ਦਾ ਡਰ ਲੱਗਾ ਰਹਿੰਦਾ ਹੈ। ਕਿਉਂਕਿ ਮਨੁੱਖ ਨੂੰ ਆਪਣਾ ਹੀ ਪਾਲਾ ਮਾਰਦਾ ਹੈ। ਗਲਤ ਕੰਮ ਕਰਨ ਵਾਲਾ ਬੰਦਾ ਹਮੇਸ਼ਾ ਡਰਿਆ ਰਹਿੰਦਾ, ਮੈਂ ਦੇਖਿਆ। ਤਾਂ ਹੀ ਕਹਿੰਦੇ ਜਿਹਦੇ ਪੱਲੇ ਸੱਚ ਕੋਠੇ ਚੜ੍ਹ ਕੇ ਨੱਚੇ। ਜਿਹੜਾ ਬੰਦਾ ਗਲਤ ਕੰਮ ਕਰਦਾ ਹੈ, ਇੱਕ ਤਾਂ ਉਹ ਲੋਕਾਂ ਤੋਂ ਛੁਪਾ ਕੇ ਕਰਦਾ ਹੈ, ਇੱਕ ਉਹਨੂੰ ਡਰ ਬਣਿਆ ਰਹਿੰਦਾ ਹੈ ਵੀ ਕਿਤੇ ਮੇਰੀ ਗਲਤੀ ਨੂੰ ਕੋਈ ਵੇਖ ਨਾ ਲਵੇ, ਕਿਤੇ ਮੈਨੂੰ ਕੋਈ ਫੜ ਨਾ ਲਵੇ। ਇਹ ਤਾਂ ਸੰਸਾਰੀ ਡਰ ਹੈ। ਜਮਾਂ ਦਾ ਵੀ ਡਰ ਬਣਿਆ ਰਹਿੰਦਾ, ਕਿਉਂਕਿ ਗਲਤ ਕੰਮ ਕਰਦੇ ਪਰ ਜਮ ਤਾਂ ਲੈਣ ਆਉਣਗੇ। ਜਿੰਨੀ ਮਰਜ਼ੀ ਸੰਸਾਰਕ ਸਿਆਣਪਾਂ ਹੋਣ, ਮੌਤ ਦਾ ਜਮ ਦਾ ਡਰ ਬਣਿਆ ਰਹਿੰਦਾ ਹੈ। ਅਨੇਕ ਯਤਨ ਕਰ ਤ੍ਰਿਸ਼ਣ ਨਾ ਧਰਪੈ। ਅਨੇਕਾਂ ਯਤਨ ਕਰਨ ਨਾਲ ਵੀ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ, ਇਹ ਰੱਜਦੀ ਨਹੀਂ ਹੈ। ਮਾਇਆ ਨਾਲ ਅੱਜ ਤੱਕ ਕੋਈ ਨਹੀਂ ਰੱਜਿਆ। ਗੁਰਬਾਣੀ ਕਹਿੰਦੇ ਬਿਨਾ ਸੰਤੋਖ ਨਾ ਕੋ ਰਾਜੈ। ਸਬਰ ਸੰਤੋਖ ਤੋਂ ਬਿਨਾ ਮਨ ਨਹੀਂ ਰੱਜਿਆ ਕਰਦਾ। ਸਬਰ ਸੰਤੋਖ ਸਿਮਰਨ ਤੋਂ ਬਿਨਾ ਨਹੀਂ ਆਉਂਦਾ। ਸਿਮਰਨ ਕਰਾਂਗੇ, ਸਬਰ ਸੰਤੋਖ ਆਵੇਗਾ। ਸਬਰ ਸੰਤੋਖ ਆਵੇਗਾ ਤਾਂ ਮਾਇਆ ਤੋਂ ਰੱਜ ਜਾਵੇਗਾ। ਹੋਰ ਜਿੰਨੇ ਮਰਜ਼ੀ ਪਏ ਯਤਨ ਕਰੋ, ਇਹ ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ, ਤਰਾਪਾ ਹੁੰਦਾ ਰੱਜਣਾ, ਇਹ ਬੰਦਾ ਇਸ ਤੋਂ ਰੱਜਦਾ ਨਹੀਂ ਹੈ। ਭੇਖ ਅਨੇਕ ਅਗਨ ਨਹੀਂ ਬੁੱਝੇ। ਧਾਰਮਿਕ ਭੇਖ ਜਿੰਨੇ ਮਰਜ਼ੀ ਕਰ ਲਓ, ਬਾਹਰੋਂ ਭਾਵੇਂ ਚੋਲੇ ਪਾਈ ਰੱਖੋ, ਅੰਦਰ ਜੋ ਤ੍ਰਿਸ਼ਨਾਵਾਂ ਦੀ ਅੱਗ ਹੈ ਉਹ ਨਹੀਂ ਬੁਝਦੀ। ਸਿਆਣੇ ਕਹਿੰਦੇ ਨੇ ਖੁੱਡ ਬੰਦ ਕਰਨਾ ਸੱਪ ਨਹੀਂ ਮਰਿਆ ਕਰਦਾ। ਖੁੱਡ ਜਿੱਤੋਂ ਕੋਈ ਬੰਦ ਕਰਦੇ, ਸੱਪ ਤੇ ਅੰਦਰ ਜਿਉਂਦਾ ਹੈ। ਜਿੰਨਾ ਚਿਰ ਸੱਪ ਨਹੀਂ ਮਰਦਾ, ਉਹਨਾਂ ਚਿਰ ਉਹਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਬਾਹਰੋਂ ਭੇਖ ਧਾਰਨ ਕਰਨ ਨਾਲ ਕਿ ਮੈਂ ਧਾਰਮਿਕ ਬੰਦਾ ਹਾਂ, ਮੈਂ ਬੜਾ ਚੰਗਾ ਬੰਦਾ ਹਾਂ, ਭੇਖ ਜਿੰਨੇ ਮਰਜ਼ੀ ਕਰ ਲਓ, ਅਗਨ ਨਹੀਂ ਬੁਝੇ। ਇਹ ਮਾਇਆ ਦੀ ਅੱਗ ਨਹੀਂ ਬੁਝਦੀ, ਤ੍ਰਿਸ਼ਨਾਵਾਂ ਦੀ ਅੱਗ ਨਹੀਂ ਬੁਝਦੀ। ਕੋਟ ਉਪਾਵ ਦਰਗਾਹ ਨਹੀਂ ਸਿੱਝੇ। ਦਰਗਾਹ ਫਾਰਸੀ ਦਾ ਸ਼ਬਦ ਹੈ, ਇਹਦਾ ਉਚਾਰਨ ਦਰਗਾਹ ਨਹੀਂ ਹੈ। ਜੇ ਹਿੰਦੀ ਪੰਜਾਬੀ ਦਾ ਸ਼ਬਦ ਹੁੰਦਾ ਫਿਰ ਇਹਦਾ ਉਚਾਰਨ ਹੋਣਾ ਸੀ ਦਰਗਾਹ। ਇਹ ਫਾਰਸੀ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਦਰਗਾਹ। ਕੋਟ ਉਪਾਅ ਦਰਗਾਹ ਨਹੀਂ ਸਿੱਝੇ। ਸਿੱਝਿਆ ਹੁੰਦਾ ਕਾਮਯਾਬ ਹੋਣਾ, ਸਫਲਾ ਹੋਣਾ। ਕੋਟ ਹੁੰਦਾ ਕਰੋੜਾਂ। ਕਰੋੜਾਂ ਉਪਾਅ ਕਰਨ ਨਾਲ ਵੀ ਇਹ ਦਰਗਾਹ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਕਿਉਂ? ਪਰਮਾਤਮਾ ਤੱਕ ਘਟ ਘਟ ਕੀ ਜਾਣਤ ਹੈ। ਪਹਿਰਾਵੇ ਨਾਲ ਅਸੀਂ ਲੋਕਾਂ ਨੂੰ ਧੋਖਾ ਦੇ ਸਕਦੇ ਹਾਂ, ਔਰ ਦੇ ਰਹੇ ਨੇ ਬਹੁਤ ਸਾਰੇ ਲੋਕ ਪਹਿਰਾਵਾ ਪਾ ਕੇ। ਪਹਿਰਾਵੇ ਦੇ ਨਾਲ ਧੋਖਾ ਦਿੱਤਾ ਜਾ ਸਕਦਾ ਹੈ, ਪਰ ਪਰਮਾਤਮਾ ਤੇ ਜਾਣੀ ਜਾਣ ਹੈ, ਉਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਇਹੋ ਜਿਹੇ ਕਰੋੜਾਂ ਯਤਨ ਕਰਕੇ ਵੀ ਦਰਗਾਹ ਦੇ ਵਿੱਚ ਬੰਦਾ ਸਫਲਾ ਨਹੀਂ ਹੁੰਦਾ। ਛੂਟਸ ਨਾਹੀਂ ਊਬ ਪਿਆਲ। ਊਬ ਹੁੰਦਾ ਆਕਾਸ਼, ਪਿਆਲ ਹੁੰਦਾ ਪਤਾਲ। ਕੋਈ ਆਕਾਸ਼ 'ਚ ਵੀ ਉੱਡ ਲੈ,
ਚਾਹੇ ਪਤਾਲ ਤੱਕ ਵੀ ਚਲਿਆ ਜਾਏ, ਉਹਦਾ ਜੰਮਣ ਮਰਨ ਤੋਂ, ਇਸ ਮੋਹ ਤੋਂ, ਤ੍ਰਿਸ਼ਨਾਵਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਮੋਹ ਵਿਆਪੈ ਮਾਇਆ ਜਾਲ, ਉਹ ਮਾਇਆ ਦੇ ਜਾਲ 'ਚ ਫਸਿਆ ਰਹਿੰਦਾ ਹੈ, ਕਿਉਂਕਿ ਮਾਇਆ ਨਾਲ ਉਹਦਾ ਮੋਹ ਹੁੰਦਾ ਹੈ। ਮਾਇਆ ਨਾਲ ਮੋਹ ਹੋਣ ਕਰਕੇ ਉਹ ਮਾਇਆ ਦੇ ਜਾਲ 'ਚ ਫਸਿਆ ਰਹਿੰਦਾ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਜੇ ਬੰਦਾ ਭਜਨ ਬੰਦਗੀ ਨਹੀਂ ਕਰਦੇ ਤੇ ਹੋਰ ਜਿੰਨੇ ਮਰਜ਼ੀ ਪਿਆ ਕੰਮ ਕਰੇ, ਕਰਤੂਤ ਕੰਮ ਨੂੰ ਕਹਿੰਦੇ ਨੇ, ਹੋਰ ਜਿੰਨੇ ਮਰਜ਼ੀ ਪਿਆ ਕੰਮ ਕਰੇ, ਜੋ ਭਜਨ ਬੰਦਗੀ ਨਹੀਂ ਕਰਦਾ ਤਾਂ ਜਮ ਉਸ ਨੂੰ ਸਜ਼ਾ ਦਿੰਦਾ ਹੈ। ਕਿਉਂਕਿ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਪਰਮਾਤਮਾ ਦੀ ਭਜਨ ਬੰਦਗੀ ਤੋਂ ਬਿਨਾਂ ਜਿਹੜਾ ਜਮ ਹੈ ਉਹ ਰਤੀ ਵੀ ਨਹੀਂ ਮੰਨਦਾ ਹੈ। ਉਹ ਕਹਿੰਦਾ ਤੂੰ ਭਜਨ ਬੰਦਗੀ ਕਿਉਂ ਨਹੀਂ ਕੀਤੀ? ਜਦੋਂ ਪਰਮਾਤਮਾ ਨੇ ਤੈਨੂੰ ਸੰਸਾਰ 'ਚ ਮਨੁੱਖਾ ਜੀਵਨ ਦੇ ਕੇ ਕੰਮ ਹੀ ਇੱਕ ਲਈ ਭੇਜੇ, ਬਸ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਤੇ ਕੰਮ ਹੀ ਨਹੀਂ ਹੋਣੇ। ਜਿੰਨੇ ਅਸੀਂ ਸੰਸਾਰਕ ਕੰਮ ਕਰ ਰਹੇ ਹਾਂ ਉਹ ਪਰਮਾਤਮਾ ਦੀ ਦਰਗਾਹ 'ਚ ਕੰਮ ਨਹੀਂ ਆਉਂਦੇ। ਉਹ ਕਹਿੰਦਾ ਮੈਂ ਤਾਂ ਤੈਨੂੰ ਨਾਮ ਜਪਣ ਭੇਜਿਆ ਸੀ, ਉਹ ਤੂੰ ਜਪਿਆ ਨਹੀਂ ਹੈ, ਉਹ ਤੂੰ ਕੀਤਾ ਨਹੀਂ। ਤੁਸੀਂ ਆਪਣੇ ਬੱਚੇ ਨੂੰ ਸਕੂਲ ਪੜ੍ਹਨ ਲਈ ਭੇਜਦੇ ਹੋ, ਉਹ ਹੋਰ ਬੜਾ ਕੁਛ ਕਰਦਾ ਰਹਿੰਦਾ ਪਰ ਪੜ੍ਹਾਈ ਨਹੀਂ ਕਰਦਾ, ਫਿਰ ਤੁਹਾਡੇ ਤੇ ਝਿੜਕਾਂ ਹੀ ਖਾਇਆ ਕਰਨਾ ਵੀ ਤੈਨੂੰ ਸਕੂਲ ਕਾਹਦੇ ਲਈ ਭੇਜਿਆ ਸੀ, ਤੈਨੂੰ ਸਕੂਲ ਇਸ ਲਈ ਭੇਜਿਆ ਸੀ। ਇਸੇ ਤਰ੍ਹਾਂ ਹੀ ਪਰਮਾਤਮਾ ਕਹਿੰਦਾ ਮੈਂ ਤੇ ਤੈਨੂੰ ਇਸ ਲਈ ਭੇਜਿਆ ਸੀ। ਨਾਨਕ ਏਕੋ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਨੇ ਦੱਸਦਾ ਕਿ ਹੇ ਇਨਸਾਨ ਤੈਨੂੰ ਇੱਕੋ ਹੀ ਹੁਕਮ ਹੈ ਕਿ ਨਾਮ ਜਪੀ ਜਾ। ਜੇ ਤੂੰ ਨਾਮ ਨਹੀਂ ਜਪੇਂਗਾ ਫਿਰ ਪਰਮਾਤਮਾ ਨੇ ਅੱਗੇ ਯਮ ਰਾਜ ਧਰਮ ਰਾਜ ਬੜੇ ਰੱਖੇ ਨੇ, ਫਿਰ ਉਹਨੇ ਤੈਨੂੰ ਸਜ਼ਾ ਮਿਲੇਗੀ। ਇਸ ਲਈ ਜਿਹੜਾ ਜਮ ਹੈ ਨਾ ਉਹ ਹੋਰ ਕਿਸੇ ਵੀ ਕੰਮ ਤੇ ਖੁਸ਼ ਨਹੀਂ ਹੁੰਦਾ। ਹੋਰ ਜਿੰਨੇ ਮਰਜ਼ੀ ਇਹ ਕੰਮ ਕਰ ਲਓ ਉਹ ਸਜ਼ਾ ਦਿੰਦਾ ਹੈ, ਕਿਉਂਕਿ ਉਹ ਭਜਨ ਬੰਦਗੀ ਤੋਂ ਬਿਨਾਂ ਮੰਨਦਾ ਹੀ ਨਹੀਂ ਹੈ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਗੁਰੂ ਮਾਰਗ ਜਿਹੜਾ ਸਹਿਜ ਸੁਭਾਅ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਨਾ, ਜਪਦਾ ਰਹਿੰਦਾ, ਜਪਦਾ, ਉਹਦਾ ਦੁੱਖ ਖਤਮ ਹੋ ਜਾਂਦਾ। ਇਹ ਜਿਹੜਾ ਜੰਮਣ ਮਰਨ ਦਾ ਦੁੱਖ, ਤ੍ਰਿਸ਼ਨਾਵਾਂ ਦਾ ਦੁੱਖ, ਜਮਾਂ ਦਾ ਡਰ, ਇਹ ਸਭ ਖਤਮ ਹੋ ਜਾਂਦਾ। ਕਰਨਾ ਕੀ ਹੈ? ਸਹਿਜ ਸੁਭਾਅ ਪਰਮਾਤਮਾ ਨਾਮ ਜਪੀ ਹੀ ਜਾਣਾ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਹਰ ਕਾ ਨਾਮ ਜਪਤ ਦੁੱਖ ਜਾਏ, ਹਰ ਕਾ ਨਾਮ ਜਪਤ ਦੁੱਖ ਜਾਏ, ਹਰ ਕਾ ਨਾਮ ਜਪਤ ਦੁੱਖ ਜਾਏ, ਹਰ ਕਾ ਨਾਮ ਜਪਤ ਦੁੱਖ ਜਾਏ। ਨਾਨਕ ਬੋਲੇ ਸਹਿਜ ਸੁਭਾਏ, ਨਾਨਕ ਬੋਲੇ ਸਹਿਜ ਸੁਭਾਏ। ਨਾਨਕ ਬੋਲੇ ਸਹਿਜ ਸੁਭਾਏ, ਨਾਨਕ ਬੋਲੇ ਸਹਿਜ ਸੁਭਾਏ। ਸੋ ਇਸ ਲਈ ਸਹਿਜ ਸੁਭਾਅ ਨਾਮ ਜਪਦੇ ਰਹਿਣਾ, ਜਪਦੇ ਰਹਿਣਾ। ਸਿਆਣ ਕੇ 100 ਗਜ਼ ਰੱਸੀ ਸਿਰੇ ਤੇ ਗੰਢ, ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਬਸ ਤਤ ਸਾਰ ਹੈ। ਸ਼ੁਭ ਕਰਮ ਕਰੀ ਜਾਓ, ਨਾਮ ਜਪੀ ਜਾਓ, ਬਸ। ਬਾਕੀ ਚਿੰਤਾ ਕੋਈ ਕਰਨ ਦੀ ਲੋੜ ਨਹੀਂ। ਸਿਆਣੇ ਕਹਿੰਦੇ ਚਿੰਤਾ ਨਹੀਂ ਕਰੀਦੀ, ਚਿੰਤਨ ਕਰੀਦਾ ਹੈ। ਚਿੰਤਾ ਨਹੀਂ ਕਰੀਦੀ, ਸਿਮਰਨ ਕਰੀਦਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਰਤ,
ਵਿਸ਼ਵਾਸ ਲਿਆਉਣਾ ਚਾਹੀਦਾ ਬਾਣੀ 'ਚ। ਇਹ ਨਹੀਂ ਕਿ ਤੁਸੀਂ ਭਜਨ ਬੰਦਗੀ ਵੀ ਕਰੀ ਜਾਓ, ਫਿਰ ਤੁਹਾਡਾ ਟੁੱਟਿਆ ਜਿਹਾ ਮਨ ਰਿਹਾ, ਪਤਾ ਨਹੀਂ ਮੇਰਾ ਕੰਮ ਹੋਏਗਾ ਕਿ ਨਹੀਂ ਹੋਏਗਾ। ਜਦੋਂ ਬਾਣੀ ਗਰੰਟੀ ਦਿੰਦੀ ਹੈ ਵੀ ਜਿਹੜਾ ਵੀ ਭਜਨ ਬੰਦਗੀ ਪਰਮਾਤਮਾ ਦੀ ਕਰਦਾ, ਪਰਮਾਤਮਾ ਦੇ ਕਾਰਜ ਸਵਾਰਦਾ, ਗੱਲ ਖਤਮ ਹੋ ਗਈ ਬਸ। ਵਿਸ਼ਵਾਸ ਰੱਖ ਕੇ ਲੱਗੇ ਰਹਿਣਾ ਪੈਂਦਾ। ਇੰਨੇ ਦੇ ਕੋਈ ਕੰਮ ਛੇਤੀ ਹੋ ਜਾਂਦਾ, ਕੋਈ ਦੇਰ ਨਾਲ ਹੋ ਜਾਂਦਾ। ਕੁਝ ਬਿਮਾਰੀਆਂ ਨੇ 1-2 ਦਿਨ ਦਵਾਈ ਖਾ ਲਓ ਠੀਕ ਹੋ ਜਾਂਦੀ, ਕੁਝ ਬਿਮਾਰੀ ਨੇ ਮਹੀਨਾ ਦਵਾਈ ਖਾਣੀ ਪੈਂਦੀ ਹੈ, ਕੁਝ ਬਿਮਾਰੀਆਂ ਨੇ ਕਈ ਸਾਲ ਦਵਾਈ ਖਾਣੀ ਪੈਂਦੀ ਹੈ। ਜਿੰਨੀ ਲੰਮੀ ਬਿਮਾਰੀ ਓਨਾ ਲੰਮਾ ਇਲਾਜ। ਅਸੀਂ ਜਿਹੜਾ ਹੈ ਬਿਮਾਰੀ ਸਾਡੀ ਬਹੁਤ ਦੇਰ ਦੀ ਹੈ ਅਤੇ ਇਲਾਜ 2-4 ਦਿਨ ਕਰਕੇ ਅਸੀਂ ਉਕਤਾ ਜਾਂਦੇ ਹਾਂ। ਨਹੀਂ, ਲੰਮੀ ਬਿਮਾਰੀ ਲਈ ਲੰਮੇ ਇਲਾਜ ਦੀ ਲੋੜ ਹੈ। ਇਸ ਲਈ ਬਸ ਨਾਮ ਜਪਦੇ ਰਹਿੰਦਾ। ਹਾਂ, ਬਾਣੀ 'ਚ ਰੁਚੀ ਹੈ, ਬਾਣੀ ਪੜ੍ਹੀ ਜਾਓ। ਨਾਮ 'ਚ ਰੁਚੀ ਹੈ, ਨਾਮ ਜਪੀ ਜਾਓ। ਇਹਨਾਂ 'ਚ ਵੱਡਾ ਛੋਟਾ ਕਿਹੜਾ, ਇਸ ਚੱਕਰ 'ਚ ਨਹੀਂ ਪੈਣਾ ਹੈ, ਤੁਸੀਂ ਉਲਝ ਜਾਓਗੇ। ਬਾਣੀ ਵੀ ਸੱਚਖੰਡ ਤੋਂ ਆਈ ਹੈ, ਅਤੇ ਜਿਹੜਾ ਸਾਨੂੰ ਗੁਰੂ ਨਾਮ ਦਿੰਦਾ ਉਹ ਵੀ ਸੱਚਖੰਡ ਤੋਂ ਆਇਆ ਹੋਇਆ ਹੈ, ਕਿਉਂਕਿ ਗੁਰੂ ਤਾਂ ਬਣਾਇਆ ਨਹੀਂ ਜਾ ਸਕਦਾ। ਗੁਰੂ ਬਣਾਇਆ ਨਹੀਂ ਜਾ ਸਕਦਾ, ਗੁਰੂ ਧੁਰੋਂ ਹੀ ਆਉਂਦਾ ਹੈ। ਜੇ ਬਣਾਇਆ ਜਾ ਸਕਦਾ ਸੀ 1000 ਕੁ ਬੰਦਾ ਰਲ ਕੇ ਕਿਸੇ ਨੂੰ ਗੁਰੂ ਬਣਾਉਂਦੇ, ਨਹੀਂ ਕਰ ਬਣਦੇ। ਗੁਰੂ ਧੁਰੋਂ ਆਉਂਦੇ ਨੇ। 22 ਬੰਦਿਆਂ ਨੇ ਜ਼ੋਰ ਲਾ ਲਿਆ ਬਾਬਾ ਬਕਾਲਾ ਗੁਰੂ ਬਣਨ ਲਈ, ਨਹੀਂ, ਅਖੀਰ ਸਭ ਦਾ ਪਾਜ ਖੁੱਲ੍ਹ ਗਿਆ। ਜਿਹੜਾ ਧੁਰੋਂ ਆਇਆ ਸੀ ਉਹ ਪ੍ਰਗਟ ਹੋ ਗਿਆ। ਇਹ ਤਾਂ ਗੁਰੂ ਧੁਰੋਂ ਹੁੰਦਾ ਹੈ। ਜੇ ਬਣਾਉਣ ਨਾਲ ਹੁੰਦਾ ਤਾਂ ਚੇਲੇ ਬਲ ਕੇ ਬਣਾਉਂਦੇ ਕਿਸੇ ਨਾ ਕਿਸੇ ਨੂੰ, ਨਹੀਂ ਪੇਸ਼ਲੇ, ਨਹੀਂ ਤਾਂ ਪ੍ਰਿਥੀ ਚੰਦ ਨੂੰ ਹੀ ਉਹਦੇ ਚੇਲੇ ਬਲ ਕੇ ਬਣਾਉਂਦੇ ਨੇ, ਗੁਰੂ ਬਣਾਉਂਦੇ ਨਹੀਂ। ਗੁਰੂ ਧੁਰੋਂ ਹੁੰਦਾ ਹੈ। ਇਸ ਲਈ ਇਹ ਬਾਣੀ, ਇਹ ਗੁਰਮੰਤਰ ਸਭ ਐ ਸਮਝੇ ਧੁਰੋਂ ਆਏ ਨੇ, ਇਹ ਪਰਮਾਤਮਾ ਦੇ ਹੁਕਮ ਨਾਲ ਨੇ। ਇਸ ਲਈ ਵਿਸ਼ਵਾਸ ਲਿਆਉਣਾ ਹੈ। ਬਸ ਵਿਸ਼ਵਾਸ ਰੱਖ ਕੇ ਭਜਨ ਬੰਦਗੀ ਕਰੀ ਜਾਣੀ ਹੈ। ਇੱਕ ਦਿਨ ਆਏਗਾ ਸਭ ਕੁਝ ਠੀਕ ਹੋ ਜਾਏਗਾ। ਕਾਲੇ ਪਿਆ ਨਹੀਂ ਗੱਲ ਬਣਿਆ ਕਰਦੀ ਹੈ। ਤਾਂ ਹੀ ਉਹਨੇ ਕਿਹਾ ਸਹਿਜ ਸੁਭਾਅ, ਇਹ ਉਹਨੇ ਕਿਹਾ ਸਹਿਜ ਸੁਭਾਅ। ਜਿਹੜਾ ਸਹਿਜ ਸੁਭਾਅ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਉਹਦਾ ਦੁੱਖ ਸਮਾਪਤ ਹੋ ਜਾਂਦਾ ਹੈ। ਅੱਗੇ ਕਹਿੰਦੇ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਧਰਮ 'ਚ 4 ਪਦਾਰਥ ਗਿਣੇ ਗਏ ਨੇ, ਧਰਮ, ਅਰਥ, ਕਾਮ, ਮੋਖ। ਕਿ ਜਿਹਨੂੰ 4 ਪਦਾਰਥ ਚਾਹੀਦੇ ਨਾ, ਉਹ ਕਹਿੰਦਾ ਸਾਧੂ ਦੀ ਸੇਵਾ ਕਰਨ ਲੱਗ ਜਾਓ, 4 ਚੀਜ਼ਾਂ ਮਿਲ ਜਾਣਗੀਆਂ। ਧਰਮ ਦਾ ਮਤਲਬ ਸ਼ੁਭ ਕਰਮ, ਅਰਥ ਧਨ ਦੌਲਤ, ਕਾਮ ਮਨ ਦੀ ਇੱਛਾ, ਮੋਖ ਮੁਕਤੀ, 4 ਚੀਜ਼ਾਂ ਪ੍ਰਾਪਤ ਹੋ ਜਾਣਗੀਆਂ। ਜਦੋਂ ਕੋਈ ਸਾਧੂਆਂ ਦੀ ਸੇਵਾ ਕਰੇਗਾ, ਯਾਦ ਰੱਖੋ ਉਹ ਸਿਮਰਨ ਜ਼ਰੂਰ ਕਰੇਗਾ। ਕਿ ਜਦੋਂ ਅਸੀਂ ਸਾਧੂ ਦੀ ਸੇਵਾ ਜਾਵਾਂਗੇ, ਉਹਨੇ ਕਿਹਾ ਭਾਈ ਨਾਮ ਜਪਿਆ ਕਰੋ, ਸੇਵਾ ਕਰੋ, ਨਾਮ ਜਪੋ। ਸਿੱਖ ਧਰਮ 'ਚ ਦੋਨੋਂ ਚੀਜ਼ਾਂ ਦਾ ਹੁਕਮ ਹੈ, ਸੇਵਾ ਵੀ ਸਿਮਰਨ ਵੀ। ਸੇਵਾ 3 ਪ੍ਰਕਾਰ ਦੀ ਹੁੰਦੀ ਹੈ, ਸਰੀਰ ਨਾਲ, ਮਾਇਆ ਨਾਲ, ਮਨ ਨਾਲ। ਸਰੀਰ ਰਿਸ਼ਟ ਪੁਸ਼ਟ ਹੈ, ਸਮਾਂ ਹੈ, ਸਰੀਰ ਨਾਲ ਗੁਰੂ ਘਰ ਦੀ ਸੇਵਾ ਕਰੋ। ਸਰੀਰ ਰਿਸ਼ਟ ਪੁਸ਼ਟ ਨਹੀਂ ਜਾਂ ਸਮਾਂ ਨਹੀਂ, ਮਾਇਆ ਨਾਲ ਸੇਵਾ ਕਰ ਦਿਓ। ਮਾਇਆ ਵੀ ਨਹੀਂ ਤੇ ਸਰੀਰ ਨਾਲ ਵੀ ਸੇਵਾ ਨਹੀਂ ਕਰਦੇ, ਮਨ ਕਰਕੇ ਭਲਾ ਮੰਗੀ ਜਾਓ। ਸੇਵਾ ਵੀ ਤੇ ਜਾ ਕੇ ਸੰਗਤ ਦੀ ਕਰਨੀ ਹੁੰਦੀ ਨਾ, ਭਲਾ ਮੰਗੀ ਜਾਓ ਬਸ, ਉਹ ਮਨ ਕਰਕੇ ਸੇਵਾ ਹੈ। ਸੇਵਾ ਤੇ ਸਿਮਰਨ ਕਹਿੰਦੇ ਜਿਵੇਂ ਜਹਾਜ਼ 2 ਖੰਭਾਂ ਨਾਲ ਉੱਡਦਾ ਹੈ, ਪੰਛੀ ਵੀ 2 ਖੰਭਾਂ ਨਾਲ ਉੱਡਦਾ ਹੈ, ਬੰਦੇ ਨੇ ਵੀ ਉੱਡ ਕੇ ਹੀ ਸੱਚਖੰਡ ਤੱਕ ਜਾਣਾ ਹੈ। ਉਹ ਅੰਤਰਾਤਮੇ ਉੱਡਣਾ। ਇੱਥੇ ਵੀ 2 ਹੀ ਖੰਭ ਨੇ, ਸੇਵਾ ਤੇ ਸਿਮਰਨ। ਸੇਵਾ ਤੇ ਸਿਮਰਨ ਨਾਲ ਹੀ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ।
ਇਸ ਲਈ ਕਿ ਜਿਹੜਾ ਸਾਧੂਆਂ ਦੀ ਸ਼ਰਨ 'ਚ ਆ ਜਾਂਦਾ, ਸਾਧੂਆਂ ਦੀ ਸੇਵਾ 'ਚ ਆ ਜਾਂਦਾ, ਉਹਨੂੰ ਇਹ ਚਾਰੇ ਪਦਾਰਥ ਮਿਲ ਜਾਣ ਨੇ। ਉਹ ਸ਼ੁਭ ਕਰਮ ਵੀ ਕਰਦਾ, ਧਰਮ ਪ੍ਰਾਪਤ ਹੋ ਗਿਆ ਹੈ। ਅਰਥ ਹੁੰਦਾ ਮਾਇਆ। ਸੇਵਾ ਸਿਮਰਨ ਕਰਨ ਵਾਲਾ ਗਰੀਬ ਨਹੀਂ ਰਹਿ ਸਕਦਾ, ਇਹ ਵਿਸ਼ਵਾਸ ਲਿਆਉਣਾ ਹੈ। ਜੇ ਗਰੀਬੀ ਹੀ ਦੂਰ ਨਾ ਹੋਈ ਫਿਰ ਕੌਣ ਭਜਨ ਬੰਦਗੀ ਕਰੇਗਾ, ਕੌਣ ਗੁਰਦੁਆਰੇ ਮੰਦਿਰਾਂ 'ਚ ਜਾਵੇਗਾ, ਕੌਣ ਨਕਰ ਕੜੇਗਾ, ਕੌਣ ਡੰਡੌਤਾ ਕਰੇਗਾ। ਅਲੱਗ ਦੇ ਕੰਮ ਤਾਂ ਹੋਣਾ ਨਹੀਂ, ਫਿਰ ਫਾਇਦਾ ਕੀ ਜਾ ਕੇ। ਜਿੰਨੇ ਵੀ ਗੁਰਦੁਆਰੇ ਮੰਦਿਰਾਂ ਜੋ ਧਾਰਮਿਕ ਸਥਾਨਾਂ ਜਾ ਰਹੇ ਨੇ, ਉਹ ਆਪਣੀ ਕੋਈ ਨਾ ਕੋਈ ਸਮੱਸਿਆ ਹੱਲ ਕਰਾਉਣ ਉੱਥੇ ਜਾ ਰਹੇ ਨੇ। ਮਿਲਣ ਮੁਲਣ ਕੋਈ ਨਹੀਂ ਜਾਂਦਾ ਹੁੰਦਾ। ਕਿਤੇ ਕਹੋ ਜੀ ਮੈਂ ਗੁਰੂ ਨੂੰ ਮਿਲਣ ਚੱਲਿਆ, ਸਭ ਝੂਠ ਬੋਲ ਦੇਣਗੇ। ਮੈਂ ਸਭ ਉੱਥੇ ਜਾ ਕੇ ਮੰਗ ਰਹੇ ਹੁੰਦੇ ਨੇ। ਸਾਰੀ ਦੁਨੀਆ ਮੰਗਤੇ ਹੈ, ਦਾਤਾ ਦੀ ਇੱਕੋ ਹੈ। ਗੁਰਬਾਣੀ ਦੱਦਾ ਦਾਤਾ ਏਕ ਹੈ। ਸਿਰਫ ਇੰਨੇ ਕਿ ਗੁਰੂ ਨਾਮ ਮੰਗਦੇ ਨੇ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਗੁਰੂ ਸੰਤ ਮਹਾਤਮਾ ਭਗਤ ਨਾਮ ਮੰਗਦੇ ਨੇ। ਸੰਸਾਰੀ ਬੰਦੇ ਸੰਸਾਰਿਕ ਪਦਾਰਥ ਮੰਗਦੇ ਨੇ। ਮੰਗਦੇ ਸਾਰੇ ਹੀ ਨੇ। ਦਾਤਾ ਤਾਂ ਇੱਕੋ ਹੀ ਹੈ। ਇਸ ਲਈ ਜੋ ਵੀ ਗੁਰੂ ਦੇ ਦਰ 'ਤੇ ਜਾਂਦਾ ਹੈ, ਕੁਝ ਨਾ ਕੁਝ ਉਹ ਮੰਗਦਾ ਹੈ। ਅਤੇ ਕਹਿੰਦੇ ਨੇ ਚਾਰ ਪਦਾਰਥ ਨੇ ਨਾ, ਧਰਮ, ਅਰਥ, ਕਾਮ ਹੁੰਦੀ ਹੈ ਇੱਛਾ ਪੂਰਤੀ, ਮੋਖ, ਮੁਕਤੀ। ਇਹ ਚਾਰੇ ਚੀਜ਼ਾਂ ਸਾਧੂਆਂ ਦੀ ਸੇਵਾ ਸਿਮਰਨ ਕਰਕੇ ਪ੍ਰਾਪਤ ਹੋ ਜਾਂਦੀਆਂ ਹਨ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਜੇ ਕੋਈ ਚਾਹੁੰਦਾ ਮੇਰਾ ਦੁੱਖ ਖਤਮ ਹੋ ਜਾਵੇ, ਤਾਂ ਫਿਰ ਹਰ ਹਰ ਨਾਮ ਹਿਰਦੈ ਸਦ ਗਾਵੇ। ਸਦਾ ਹੀ ਹਿਰਦੇ 'ਚ ਪਰਮਾਤਮਾ ਦਾ ਨਾਮ ਜਪੀ ਜਾਓ। ਫਿਰ ਪਰਮਾਤਮਾ ਦਾ ਨਾਮ ਮਨ ਕਰਕੇ ਜਪੀ ਜਾਓ, ਜੇ ਤੁਸੀਂ ਚਾਹੁੰਦੇ ਕਿ ਤੁਹਾਡਾ ਦੁੱਖ ਖਤਮ ਹੋ ਜਾਏ। ਹਿਰਦੇ ਹੁੰਦਾ ਹਿਰਦਾ ਮਨ। ਸੋ ਨਾਮ ਨੂੰ ਮਨ 'ਚ ਜਪੀ ਜਾਣਾ ਹੈ, ਤੁਹਾਡਾ ਦੁੱਖ ਖਤਮ ਹੋ ਜਾਏਗਾ। ਕਿਉਂਕਿ ਦੁੱਖ ਤਾਂ ਖਤਮ ਹੁੰਦਾ ਹੈ ਜੇ ਦੁੱਖ ਦਾ ਕਾਰਨ ਖਤਮ ਹੋਵੇ। ਖਿਆਲ ਰੱਖਣਾ, ਦੁੱਖ ਦਾ ਕਾਰਨ ਹੈ, ਸੁੱਖ ਦਾ ਵੀ ਕਾਰਨ ਹੈ, ਅਮੀਰੀ ਦਾ ਵੀ ਕਾਰਨ ਹੈ, ਗਰੀਬੀ ਦਾ ਵੀ ਕਾਰਨ ਹੈ, ਤੰਦਰੁਸਤੀ ਦਾ ਵੀ ਕਾਰਨ ਹੈ, ਬਿਮਾਰੀ ਦਾ ਵੀ ਕਾਰਨ ਹੈ, ਲੜਾਈ ਝਗੜੇ ਦਾ ਵੀ ਕਾਰਨ ਹੈ। ਕਾਰਨ ਤੋਂ ਬਿਨਾਂ ਨਹੀਂ, ਕੋਈ ਨਾ ਕੋਈ ਸਬੱਬ ਜ਼ਰੂਰ ਬਣਦਾ, ਕਾਰਨ ਹੁੰਦਾ ਹੈ। ਜਿੰਨਾ ਚਿਰ ਉਹ ਕਾਰਨ ਦੂਰ ਨਹੀਂ ਹੁੰਦਾ, ਉਨਾ ਚਿਰ ਦੁੱਖ ਦੂਰ ਨਹੀਂ ਹੁੰਦਾ। ਗੁਰਬਾਣੀ ਕਹਿੰਦੀ ਜਿਹੜਾ ਦੁੱਖ ਹੈ ਉਹ ਤਾਂ ਤੁਹਾਡੇ ਪਿਛਲੇ ਜਨਮਾਂ ਦੇ ਮਾੜੇ ਕਰਮ ਦਾ ਨਤੀਜਾ ਹੈ। ਹੁਣ ਜਿੰਨਾ ਚਿਰ ਮਾੜਾ ਕਰਮ ਨਹੀਂ ਕੱਢਦਾ, ਦੁੱਖ ਸਮਾਪਤ ਨਹੀਂ ਹੁੰਦਾ। ਰੋਣ ਨਾਲ ਪਿੱਟਣ ਨਾਲ ਨਹੀਂ ਗੱਲ ਬਣਦੀ ਹੈਗੀ। ਦੁੱਖ ਖੜ੍ਹਾ ਕਿਉਂਕਿ ਕਰਮ ਖੜ੍ਹਾ। ਬਾਣੀ ਪਰਮਾਤਮਾ ਕਹਿੰਦਾ ਦੇਖੋ, ਜੋ ਤੁਸੀਂ ਪਿਛਲੇ ਜਨਮ 'ਚ ਕੀਤਾ, ਮੈਂ ਉਹ ਤੁਹਾਡੀ ਕਿਸਮਤ ਲਿਖਤੀ। ਮੈਂ ਤਾਂ ਹੁਣ ਬਦਲਣੀ ਨਹੀਂ ਹੈਗੀ, ਮੈਂ ਤਾਂ ਲਿਖਤੀ। ਹਾਂ, ਤੁਸੀਂ ਮੇਰੇ ਬੱਚੇ ਹੋ, ਮੈਨੂੰ ਪਤਾ ਹੈ ਤੁਸੀਂ ਗਲਤ ਮਲਤ ਕੰਮ ਕਰਦੇ ਰਹਿੰਦੇ ਹੋ। ਮੈਂ ਦਿਆਲੂ ਕਿਰਪਾਲੂ ਹਾਂ, ਇਸ ਲਈ ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ ਹਾਂ। ਉਹਨਾਂ ਨੂੰ ਮੈਂ ਆਪਣੀਆਂ ਸ਼ਕਤੀਆਂ ਦੇ ਕੇ ਭੇਜ ਰਿਹਾ ਕਿ ਤੁਸੀਂ ਮੇਰੀ ਲਿਖਤ ਨੂੰ ਬਦਲ ਸਕਦੇ ਹੋ। ਹੁਣ ਦੁੱਖ ਹੈ, ਦੁੱਖ ਦਾ ਕਾਰਨ ਹੈ। ਉਹ ਕਾਰਨ ਨੂੰ ਜਿਹੜਾ ਹੈ ਗੁਰੂ ਅਤੇ ਸਾਧੂ ਹੀ ਦੂਰ ਕਰ ਸਕਦੇ ਹਨ। ਅਤੇ ਉਹਦਾ ਸਾਧਨ ਕੀ ਹੈ? ਬਾਣੀ ਪੜ੍ਹੋ, ਨਾਮ ਜਪੋ। ਜਦੋਂ ਸਾਡੇ ਗੁਰੂ ਮਹਾਰਾਜ ਸਰੀਰ ਰੂਪ ਵਿੱਚ ਸਨ, ਉਹ ਸਿੱਧੇ ਹੀ ਕਹਿ ਦਿਆ ਕਰਦੇ, ਜਾ ਭਾਈ ਤੇਰਾ ਦੁੱਖ ਦੂਰ ਹੋ ਜਾਏਗਾ, ਜਾ ਭਾਈ ਤੂੰ ਅਮੀਰ ਹੋ ਜਾਏਗਾ, ਜਾ ਭਾਈ ਤੇਰੇ ਪੁੱਤਰ ਹੋ ਜਾਊਗਾ, ਜਾ ਵੀ ਤੇਰੇ ਕਾਰੋਬਾਰ 'ਚ ਵਾਧੇ ਹੋ ਜਾਣਗੇ। ਪਰ ਮੈਂ ਫਿਰ ਵੀ ਇਤਿਹਾਸ ਪੜ੍ਹ ਕੇ ਦੇਖਿਆ ਕਿ ਉਹਨੂੰ ਬਾਣੀ ਵਾਲੇ ਪਾਸੇ ਲਾ ਦਿੰਦੇ ਹੁੰਦੇ ਸਨ। ਬਿਸ਼ੰਬਰ ਦਾਸ ਉਜੈਨ, ਮੱਧ ਪ੍ਰਦੇਸ਼ ਦਾ ਬੜਾ ਪ੍ਰਸਿੱਧ ਸ਼ਹਿਰ ਹੈ ਉਜੈਨ। ਉੱਥੇ ਜਿਹੜਾ ਰਾਜਾ ਬਿਕਰਮਾਦਿੱਤ, ਜਿਸ ਤੋਂ ਦੇਸੀ ਸੰਨ ਚੱਲਿਆ,
ਵੀ ਕੋਈ ਸਮਝ, ਜਿਹੜਾ ਅੱਜ ਕੱਲ੍ਹ 20 ਪਤਾ ਨਹੀਂ ਕਿੰਨਾ ਚੱਲ ਰਿਹਾ, ਕਿਉਂਕਿ ਅੰਗਰੇਜ਼ੀ ਅਤੇ ਦੇਸੀ ਸਾਲ ਦਾ 57 ਸਾਲਾਂ ਦਾ ਫਰਕ ਹੁੰਦਾ। ਸੋ ਉਹ ਦੇਸੀ ਜਿਹੜਾ ਸਾਲ ਜਿਹੜੇ ਚੱਲੇ ਨੇ ਹਿੰਦੁਸਤਾਨ ਦੇ ਵਿੱਚ, ਜਿਹਨੂੰ ਬਿਕਰਮੀ ਸੰਮਤ ਕਹਿੰਦੇ, ਰਾਜਾ ਵਿਕਰਮਾਦਿੱਤ ਹੋਇਆ ਉਜੈਨ ਦਾ, ਉਹ ਧਾਰਮਿਕ ਰਾਜਾ ਸੀ। ਇਸ ਕਰਕੇ ਉਜੈਨ ਜਿਹੜਾ ਸ਼ਹਿਰ ਬੜਾ ਪ੍ਰਸਿੱਧ ਹੋ ਗਿਆ। ਉੱਥੋਂ ਦੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ 'ਚ ਆਈ ਹੈ। ਪੁਰਾਣੇ ਜ਼ਮਾਨੇ 'ਚ ਆਵਾਜਾਈ ਦੇ ਸਾਧਨ ਹੁੰਦੇ ਨਹੀਂ ਸਨ। ਜਿਹੜੇ ਬਹੁਤੇ ਵੀਰ ਸਨ ਉਹ ਘੋੜਿਆਂ 'ਤੇ ਆਉਂਦੇ ਹੁੰਦੇ ਸਨ। ਕੁਝ ਲੋਕ ਗੱਡੇ ਜੋੜ ਕੇ ਉੱਤੇ ਬਹਿੰਦੇ ਨੇ, ਗੱਡੇ ਰਾਹੀਂ ਆਇਆ ਕਰਦੇ ਸਨ। ਬਹੁਤੇ ਲੋਕ ਤੁਰ ਕੇ ਪੈਦਲ ਆਇਆ ਕਰਦੇ ਸਨ, ਕਿਉਂਕਿ ਬਗਾਨਿਆਂ ਦਾ ਰਾਜ ਸੀ। ਰਾਜ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਇਹ ਗੁਰੂ ਨੂੰ ਮਿਲਣ ਚੱਲੇ ਨੇ, ਇਹ ਸੁਗਾਤਾਂ ਲੈ ਕੇ ਚੱਲੇ ਨੇ। ਇਸ ਲਈ ਕੋਈ ਲੁੱਟ ਨਾ ਲਵੇ। ਲੋਕ 20-20, 25-25, 30-30 ਰਲ ਕੇ ਜਾਇਆ ਕਰਦੇ ਸਨ। ਕਿੱਥੇ ਉਜੈਨ ਹੈ, ਕਿਤੇ ਅਨੰਦਪੁਰ ਸਾਹਿਬ ਹੈ। ਸੰਗਤ ਆ ਗਈ ਹੈ, ਕਿਉਂਕਿ ਪਤਾ ਨਹੀਂ ਫਿਰ ਕਦੋਂ ਆਉਣਾ, ਕਦੋਂ ਨਹੀਂ ਆਉਣਾ। ਇਸ ਲਈ ਮਹੀਨਾ 2-2 ਮਹੀਨੇ ਰਹਿ ਕੇ ਸੇਵਾ ਕਰ ਜਾ ਕਰਦੇ ਸਨ, ਵੀ ਫਿਰ ਪਤਾ ਨਹੀਂ ਕਦੋਂ ਮੌਕਾ ਲੱਗੇ। ਮਹੀਨਾ 2 ਮਹੀਨੇ ਸੇਵਾ ਕੀਤੀ, ਫਿਰ ਸੰਗਤ ਵਾਪਸ ਜਾਣ ਲੱਗੇ। ਗੁਰੂ ਮਹਾਰਾਜ ਤੋਂ ਆਗਿਆ ਲਈ। ਉਹ ਕਹਿੰਦੇ ਭਾਈ ਕਿਸੇ ਨੇ ਕੁਝ ਪੁੱਛਣਾ, ਕੁਝ ਮੰਗਣਾ, ਦੱਸੋ। ਬਿਸ਼ੰਬਰ ਦਾਸ ਇੱਕ ਦੁਕਾਨਦਾਰ ਸੀ ਉਜੈਨ ਦਾ, ਉਹ ਖੜਾ ਹੋ ਗਿਆ। ਕਹਿੰਦੇ ਮਹਾਰਾਜ ਜੀ ਮੈਂ ਦੁਕਾਨਦਾਰ ਹਾਂ, ਪਰ ਮੇਰੀ ਦੁਕਾਨਦਾਰੀ ਚੱਲਦੀ ਨਹੀਂ ਹੈਗੀ, ਗਰੀਬ ਹਾਂ ਮੈਂ। ਕਹਿੰਦੇ ਭਾਈ ਤੈਨੂੰ ਜਪਜੀ ਸਾਹਿਬ ਦਾ ਪਾਠ ਹੁੰਦਾ? ਕਹਿੰਦਾ ਹਾਂਜੀ। ਆਨੰਦ ਸਾਹਿਬ ਦੀ 40 ਪੌੜੀਆਂ ਦਾ ਪਾਠ ਹੁੰਦਾ? ਕਹਿੰਦਾ ਹਾਂਜੀ। ਕਹਿੰਦੇ ਐਂ ਕਰੀ, ਵਾਪਸ ਪਿੰਡ ਜਾ ਕੇ, ਸ਼ਹਿਰ ਜਾ ਕੇ ਤੂੰ ਇੱਕ ਲੱਕੜ ਦੀ ਚੌਂਕੀ ਤਿਆਰ ਕਰ ਲਈ, ਇੱਕ ਉੱਤੇ ਚਿੱਟਾ ਕੱਪੜਾ ਉਸਤੇ ਵਿਛਾ ਲਈ, ਇੱਕ ਕੋਈ ਖੇਸ ਜਾਂ ਚਾਦਰ ਲੈ ਕੇ ਉਹਨੂੰ ਚੌੜੀ ਕਰਕੇ ਆਸਣ ਬਣਾ ਲਈ। ਘਰ ਦੇ ਜਿੰਨੇ ਜੀਓ ਓਨੀ ਕੁ ਦੇਗ ਬਣਾਉਣੀ ਹੈ। ਉਹ ਦੇਗ ਬਾਹਰ ਦੇ ਜੀਆਂ 'ਚ ਨਹੀਂ ਵੰਡਣੀ, ਸਿਰਫ ਘਰ ਦੇ ਜੀਆਂ 'ਚ ਵੰਡਣੀ ਹੈ। ਦੇਗ ਬਣਾਉਣੀ ਹੈ। ਦੇਗ ਨੂੰ ਸਾਫ਼ ਕੱਪੜੇ ਢੱਕ ਚੌਂਕੀ ਦੇ ਉੱਤੇ ਰੱਖ ਲੈਣਾ ਹੈ। ਦੇਗ ਨੂੰ ਗੁਰੂ ਨਾਨਕ ਦੇਵ ਜੀ ਸਮਝ ਕੇ ਪਾਠ ਸੁਣਾਉਣਾ ਜਪਜੀ ਸਾਹਿਬ ਦਾ ਅਤੇ ਆਨੰਦ ਸਾਹਿਬ ਦੀ 40 ਪੌੜੀ ਦਾ। ਐਂ ਸੋਚਣਾ ਵੀ ਮੈਂ ਗੁਰੂ ਨਾਨਕ ਦੇਵ ਨੂੰ ਸੁਣਾ ਰਿਹਾ। ਜਪਜੀ ਸਾਹਿਬ ਦਾ ਪਾਠ ਕਰਕੇ 40 ਪੌੜੀ ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਖਲੋ ਕੇ ਗੁਰੂ ਨਾਨਕ ਦੇਵ ਨੂੰ ਬੇਨਤੀ ਕਰਨੀ, ਸੱਚੇ ਪਾਤਸ਼ਾਹ ਮੇਰੀ ਦੁਕਾਨਦਾਰੀ ਵਧੀਆ ਚੱਲੇ, ਮੇਰੀ ਗਰੀਬੀ ਦੂਰ ਹੋਵੇ। ਇਸ ਤਰ੍ਹਾਂ ਤੇ ਫਿਰ ਉਹ ਜਿਹੜੀ ਦੇਗ ਹੈ ਪਰਿਵਾਰ ਦੇ ਜੀਆਂ 'ਚ ਵਰਤਾ ਦੇਣੀ। ਇਸ ਤਰ੍ਹਾਂ ਤੂੰ 40 ਦਿਨ ਕਰ, ਤੇਰੀ ਗਰੀਬੀ ਦੂਰ ਹੋ ਜਾਵੇਗੀ। ਉਹਨੇ ਉਸੇ ਤਰ੍ਹਾਂ ਕੀਤਾ। ਕੁਝ ਸਾਲਾਂ ਦੇ ਵਿੱਚ ਉਹ ਉਜੈਨ ਦਾ ਸੇਠ ਬਿਸ਼ੰਬਰ ਦਾਸ ਕਰਕੇ ਪ੍ਰਸਿੱਧ ਹੋ ਗਿਆ। ਉਸ ਜ਼ਮਾਨੇ 'ਚ ਫਿਰ ਉਹਨੇ ਜਿਹੜਾ ਦਸਵੰਧ ਸੀ ਆਪਣੇ ਪੁੱਤਰ ਰਾਹੀਂ 700 ਰੁਪਈਆ ਦਸਵੰਧ ਦੇ ਕੇ ਅਨੰਦਪੁਰ ਸਾਹਿਬ ਭੇਜਿਆ ਸੀ। ਇਹ ਬਾਣੀ ਹੈ, ਇਹ ਨਾਮ ਹੈ, ਇਹ ਗਰੀਬੀ ਦੂਰ ਕਰ ਦਿੰਦਾ। ਜਿਹੜਾ ਕਾਰਨ ਸੀ ਗਰੀਬੀ ਦਾ ਉਹ ਬਾਣੀ ਨੇ ਕੱਟਦਾ। ਜੋ ਕਾਰਨ ਕੱਟਿਆ ਗਿਆ ਉਹਨੇ ਅਮੀਰ ਹੋਣਾ ਸ਼ੁਰੂ ਹੋ ਗਿਆ। ਇਸ ਲਈ ਪਰਮਾਤਮਾ ਨੇ ਸਾਧੂ ਅਤੇ ਗੁਰੂ ਇਸ ਸੰਸਾਰ 'ਤੇ ਜਦੋਂ ਦਾ ਸਤਿਯੁਗ ਤੋਂ ਲੈ ਕੇ ਹੁਣ ਤੱਕ ਦੇ ਸੰਸਾਰ ਹਮੇਸ਼ਾ ਤੋਂ ਆ ਰਹੇ ਹਨ। ਇਹ ਤਾਂ ਸਾਡੀ ਹਿੰਮਤ ਹੈ, ਸਿਰ ਤੋਂ ਫਾਇਦਾ ਉਠਾਉਣੇ ਆ ਜਾਂ ਨਹੀਂ ਉਠਾਉਂਦੇ ਹਨ। ਉਹ ਆਈ ਇਸੇ ਲਈ ਨੇ। ਉਹ ਫਿਰ ਪਰਮਾਤਮਾ ਦੀ ਲਿਖੀ ਹੋਈ ਨੂੰ ਬਦਲ ਦਿੰਦੇ ਹਨ। ਹੁਣ ਸਾਡਾ ਗੁਰੂ ਜਿਹੜਾ ਹੈ ਬਾਣੀ ਹੈ। 10ਵੇਂ ਪਾਤਸ਼ਾਹ ਤੋਂ ਬਾਅਦ ਫਿਰ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਕਿ ਭਾਈ ਵੈਸੇ ਚੌਥੇ ਪਾਤਸ਼ਾਹ ਨੇ ਕਹਿਤਾ ਸੀ ਬਾਣੀ ਗੁਰੂ ਹੈ ਬਾਣੀ, ਪਰ 10ਵੇਂ ਪਾਤਸ਼ਾਹ ਨੇ 5 ਪੈਸੇ ਨਾਰੀਅਲ ਧਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ। ਅਤੇ ਗੁਰੂ ਗ੍ਰੰਥ ਸਾਹਿਬ ਕੀ ਹੈ? ਬਾਣੀ ਹੈ ਨਾ। ਹੁਣ ਸਾਡਾ ਗੁਰੂ ਬਾਣੀ ਹੈ। ਜੋ ਗੁਰੂ ਸਰੀਰ ਰੂਪ ਵਿੱਚ ਸਿੱਖ ਦੀ ਸਹਾਇਤਾ ਕਰਦੇ, ਹੁਣ ਬਾਣੀ ਨਹੀਂ ਕਰਨੀ। ਬਸ ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਬਸ ਆਪੇ ਕਿਰਪਾ ਹੋ ਜਾਏਗੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ
जे को अपनी शोभा लोरै साध संगे हमै छोरै। ਜਿਹੜਾ ਚਾਹੁੰਦਾ ਮੇਰੀ ਲੋਕ ਵਡਿਆਈ ਕਰਨ। ਦੇਖੋ ਹਰ ਇੱਕ ਇਨਸਾਨ ਵਡਿਆਈ ਸੁਣਨਾ ਚਾਹੁੰਦਾ, ਆਪਣੀ ਨਿੰਦਿਆ ਕੋਈ ਨਹੀਂ ਸੁਣਨਾ ਚਾਹੁੰਦਾ। ਸਿਰਫ ਇੰਨਾ ਕਿ ਕਈ ਨਿੰਦਿਆ ਸੁਣ ਕੇ ਭੜਕ ਉੱਠਦੇ ਨੇ, ਅੱਗੋਂ ਨਿੰਦਿਆ ਕਰਨ ਲੱਗ ਜਾਂਦੇ ਨੇ। ਜਿਨ੍ਹਾਂ ਸੰਤ ਮਹਾਤਮਾ ਬਣਨਾ ਹੁੰਦਾ ਹੈ ਜਾਂ ਜਿਹੜੇ ਵਾਕਈ ਸੰਤ ਮਹਾਤਮਾ ਹੁੰਦੇ ਹਨ, ਫੀਲ ਤਾਂ ਉਹਨਾਂ ਨੂੰ ਵੀ ਹੁੰਦਾ ਹੈ। ਇਹ ਨਹੀਂ ਕਿ ਫੀਲ ਨਹੀਂ ਹੋਇਆ, ਪਰ ਅੱਗੋਂ ਚੁੱਪ ਰਹਿੰਦੇ ਨੇ। ਉਹਨਾਂ ਨੂੰ ਪਤਾ ਇਹ ਸੰਸਾਰ ਹੈ, ਸੰਸਾਰ ਨੇ ਸਾਰੇ ਲੋਕਾਂ ਨੇ ਕਿਸ ਦੀ ਵਡਿਆਈ ਨਹੀਂ ਕਰਨੀ ਹੁੰਦੀ। ਹਰ ਮਨੁੱਖ ਆਪਣੇ ਵਿਚਾਰਾਂ ਅਨੁਸਾਰ ਦੂਜੇ ਨੂੰ ਪਰਖਦਾ ਹੈ। ਸਾਡੇ ਕੋਲ ਕਸਵੱਟੀ ਤਾਂ ਹੈ ਕੋਈ ਨਹੀਂ ਲੋਕਾਂ ਕੋਲ ਵੀ ਕਿਸ ਕਸਵੱਟੀ ਦੇ ਅਨੁਸਾਰ ਕਿਸੇ ਨੂੰ ਪਰਖਣ। ਸ਼ਰਾਬ ਪੀਣ ਵਾਲਾ ਕਹਿੰਦਾ ਸਾਰੇ ਜਿਹੜਾ ਸ਼ਰਾਬ ਪੀਂਦਾ ਵਧੀਆ ਹੈ। ਵੈਸ਼ ਨੂੰ ਕਹਿੰਦਾ ਜਿਹੜਾ ਵੈਸ਼ ਨੂੰ ਵਧੀਆ, ਬਾਕੀ ਨਲਾਇਕ ਹੈ। ਸਾਡੀ ਆਪਣੀ ਆਪਣੀ ਕਸਵੱਟੀ ਹੈ ਨਾ। ਜਦੋਂ ਅਸੀਂ ਗੁਰਬਾਣੀ ਨੂੰ ਕਸਵੱਟੀ ਬਣਾ ਲਾਂਗੇ ਫਿਰ ਬਿਲਕੁਲ ਸਹੀ ਫੈਸਲੇ ਹੋਣਗੇ। ਖੈਰ ਹਰ ਬੰਦਾ ਚਾਹੁੰਦਾ ਮੇਰੀ ਵਡਿਆਈ ਹੋਵੇ, ਬਦਨਾਮੀ ਤਾਂ ਕੋਈ ਨਹੀਂ ਚਾਹੁੰਦਾ, ਨਿੰਦਿਆ ਤਾਂ ਕੋਈ ਨਹੀਂ ਚਾਹੁੰਦਾ, ਹਰ ਚਾਹੁੰਦਾ। ਹੁਣ ਹੋਵੇ ਕਿਵੇਂ? ਬਾਣੀ ਉਹਦਾ ਹੱਲ ਦੱਸਦੀ ਹੈ, ਉਹਦਾ ਹੱਲ ਦੱਸਦੀ ਹੈ। ਜੇ ਕੋ ਆਪਣੀ ਸ਼ੋਭਾ ਲੋੜੈ, ਲੋੜੈ ਮਨੇ ਚਾਹੁਣਾ, ਲੋੜੈ ਚਾਹੁੰਦਾ ਹੈ। ਜੇ ਕੋਈ ਆਪਣੀ ਵਡਿਆਈ ਚਾਹੁੰਦਾ ਹੈ ਨਾ, ਲੋਕ ਮੇਰੀ ਵਡਿਆਈ ਕਰਨ, ਸਾਧ ਸੰਗੇ ਹਉਮੈ ਛੋੜੈ, ਛੋੜੈ ਮਨੇ ਛੱਡ ਦੇਣਾ। ਗੁਰੂ ਦੀ ਸੰਗਤ 'ਚ ਆ ਕੇ, ਸਾਧੂਆਂ ਦੀ ਸੰਗਤ 'ਚ ਆ ਕੇ ਹਉਮੈ ਛੱਡ ਦਿਓ, ਬਸ ਤੁਹਾਡੀ ਵਡਿਆਈ ਹੋਣੀ ਸ਼ੁਰੂ ਹੋ ਜਾਏਗੀ। ਕਿ ਜੇ ਤੁਸੀਂ ਵਡਿਆਈ ਚਾਹੁੰਦੇ ਨਾ, ਫਿਰ ਗੁਰੂ ਦੀ ਸੰਗਤ ਕਰੋ ਅਤੇ ਉਹਦੇ ਵਿੱਚ ਹਉਮੈ ਛੱਡ ਦਿਓ ਆ ਕੇ। ਹਉਮੈ ਜਿੰਨਾ ਚਿਰ ਸੁਖਨੀ ਸਾਧ ਦੀ ਮੇਰਾ 7ਵੀਂ ਅਸ਼ਟਪਦੀ, ਇਹ 6ਵੀਂ ਅਸ਼ਟਪਦੀ, ਜਿੰਨਾ ਚਿਰ ਦੀ ਇੱਕ ਇੱਕ ਲਾਈਨ 'ਤੇ ਸਾਡਾ ਵਿਸ਼ਵਾਸ ਨਹੀਂ ਨਾ, ਉਹਨਾਂ ਚਿਰ ਅਸੀਂ ਹਉਮੈ ਨਹੀਂ ਛੱਡ ਸਕਦੇ। ਜਦੋਂ ਦੀ ਇੱਕ ਇੱਕ ਲਾਈਨ 'ਤੇ ਵਿਸ਼ਵਾਸ ਹੋ ਜਾਏਗਾ, ਹਉਮੈ ਖਤਮ ਹੋ ਜਾਏਗੀ। ਫਿਰ ਗਿਆਨ ਹੋ ਜਾਏਗਾ ਕਿ ਜੋ ਕੁਛ ਵੀ ਮੇਰੇ ਕੋਲੇ ਹੈ, ਆਪਣੇ ਸਰੀਰ ਤੋਂ ਲੈ ਕੇ ਕੱਪੜੇ, ਰੋਟੀ ਪਾਣੀ, ਘਰ ਕਾਰ, ਕੋਠੀ, ਮੋਟਰਸਾਈਕਲ, ਸਾਈਕਲ, ਸਕੂਟਰ, ਜੋ ਕੁਛ ਵੀ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਅਤੇ ਫਿਰ ਹਉਮੈ ਕਾਹਦੀ ਕਰਨੀ ਹੈ? ਦਿਮਾਗ ਦਿੱਤਾ ਪਰਮਾਤਮਾ ਦਾ ਦਿੱਤਾ ਹੋਇਆ। ਤੁਹਾਡੀ ਵਡਿਆਈ ਹੋ ਰਹੀ ਹੈ, ਪਰਮਾਤਮਾ ਕਰਵਾ ਰਿਹਾ ਹੈ। ਤੁਸੀਂ ਅਮੀਰ ਹੋਏ, ਪਰਮਾਤਮਾ ਨੇ ਤੁਹਾਨੂੰ ਅਮੀਰੀ ਦਿੱਤੀ, ਤੁਹਾਡੇ ਭਾਗਾਂ 'ਚ ਅਮੀਰੀ ਲਿਖਦੀ, ਅਮੀਰ ਹੋ ਤੁਸੀਂ, ਲਿਖਦੀ ਉਹਨੇ ਲਿਖੀ ਹੈ ਤਾਂ ਅਸੀਂ ਅਮੀਰ ਹਾਂ। ਜਿਵੇਂ ਮੈਨੂੰ ਜੋਤਸ਼ੀ ਨੇ ਕਿਹਾ ਕਿ ਆਪ ਲੱਖੋਪਤੀ ਹੋਏਗੇ, ਮੈਨੂੰ ਉਦੋਂ ਮੇਰੀ 150 ਰੁਪਏ ਮਹੀਨਾ ਤਨਖਾਹ ਹੁੰਦੀ, 5 ਰੁਪਏ ਰੋਜ਼ ਦੇ, 67 ਦੀ ਗੱਲ। ਮੈਨੂੰ ਵਿਸ਼ਵਾਸ ਹੀ ਨਹੀਂ ਆਇਆ ਉਸ 'ਤੇ। ਮੈਂ ਆਪਣਾ ਹੱਥ ਉਹਦੇ ਹੱਥੋਂ ਖਿੱਚ ਲਿਆ। ਮੈਂ ਪੰਡਿਤ ਜੀ ਕਿਉਂ ਮਖੌਲ ਕਰਦੇ, 5 ਰੁਪਈਏ ਤੇ ਮੈਨੂੰ ਮਿਲਦੇ ਨੇ, ਮੈਂ ਲੱਖੋਪਤੀ ਕਿਵੇਂ ਹੋ ਜਾਗਾ? ਕਹਿੰਦੇ ਨਹੀਂ ਆਪ ਕੀ ਰਖਾएं कहती। ਫਿਰ ਲਿਖਦੇ ਨਾ ਪਰਮਾਤਮਾ ਨੇ। ਜੇ ਮੈਂ ਕਹਾਂ ਹਾਂ ਜੀ ਮੈਂ ਤਾਂ ਆਪਣੇ ਯਤਨਾਂ ਨਾਲ ਅਮੀਰ ਹੋ ਗਿਆ, ਨਹੀਂ ਉਹ ਤਾਂ ਲਿਖਤਾ ਉਹਨੇ, ਤੂੰ ਅਮੀਰ ਹੋਏਗਾ, ਲੱਖੋਪਤੀ ਹੋਏਗਾ। ਦਾਤੇ ਦੀ ਕਿਰਪਾ ਵਿੱਚ ਸਮਾਂ ਪਾ ਕੇ ਕਰੋੜਪਤੀ ਹੋ ਗਿਆ, ਗੱਲ ਵੱਖਰੀ। ਉਹਨੇ ਕਿਹਾ ਲੱਖੋਪਤੀ ਹੋਏਗੇ। ਬਿੱਦ ਬਣਦੀ ਗਈ, ਬਣਦੀ ਗਈ, ਬਣਦੀ ਗਈ, ਬਣਦੀ ਗਈ। ਤਾਂ ਬਾਣੀ ਕਹਿੰਦੀ ਹੈ ਜੋ ਕੁਛ ਵੀ ਤੁਹਾਡੇ ਕੋਲੇ ਹੈ ਸਭ ਪਰਮਾਤਮਾ ਦਾ ਦਿੱਤਾ। ਤੁਸੀਂ ਕਾਹਦਾ ਹੰਕਾਰ ਕਹਿੰਦੇ ਕਰ ਰਹੇ ਹੋ? ਤਾਂ ਜਾ ਕੇ ਹਉਮੈ ਖਤਮ ਹੋ ਗਈ, ਤਾਂ ਹਉਮੈ ਖਤਮ ਹੋਏਗੀ। ਬਈ ਸਭ ਦਿੱਤਾ ਪਰਮਾਤਮਾ ਦਿੱਤਾ ਹੈ। ਵਿਦਿਆ ਦਿੱਤੀ ਹੈ ਪਰਮਾਤਮਾ ਨੇ ਦਿੱਤੀ ਹੈ, ਧਨ ਦਿੱਤਾ ਪਰਮਾਤਮਾ ਨੇ ਦਿੱਤਾ ਹੈ, ਕੋਠੀ ਦਿੱਤੀ ਹੈ ਪਰਮਾਤਮਾ ਨੇ ਦਿੱਤੀ ਹੈ। ਜੇ ਆਪਣੇ ਯਤਨਾਂ ਨਾਲ ਕੋਠੀਆਂ ਪੈਂਦੀਆਂ ਹੋਣ ਤਾਂ ਹਿੰਦੁਸਤਾਨ ਦੇ 22 ਕਰੋੜ ਲੋਕ ਨੇ ਜਿਹੜੇ ਬਿਨਾਂ ਘਰ ਤੋਂ ਰਹਿ ਰਹੇ ਨੇ, ਘਰ ਹੀ ਕੋਈ ਨਹੀਂ ਹੈਗਾ, ਉਹ ਨਾ ਪਾ ਲੈਂਦੇ। ਜੇ ਆਪਣੇ ਯਤਨ ਨਾਲ ਲੈਂਦੇ ਫਿਰ 22 ਕਰੋੜ ਕਿਉਂ? ਕਈ ਕਰੋੜ ਲੋਕ ਨੇ ਜਿਹਦੇ ਕੋਲ ਝੌਂਪੜੀ ਵੀ ਨਹੀਂ, ਇਹਨਾਂ ਨੂੰ ਘਰ ਤੱਕ ਦੀ ਗੱਲ ਝੌਂਪੜੀ ਵੀ ਨਹੀਂ, ਬੱਸ ਅੱਡਿਆਂ 'ਤੇ, ਰੇਲਵੇ ਸਟੇਸ਼ਨਾਂ 'ਤੇ, ਸੜਕਾਂ ਦੇ ਕੰਢਿਆਂ 'ਤੇ ਸੌਂਦੇ ਨੇ। ਹਾਂਜੀ, ਹੈ ਹੀ ਨਹੀਂ ਕੁਛ ਹੈਗਾ। ਇਹ ਤਾਂ ਉਹਦੀ ਕਿਰਪਾ ਹੈ, ਉਹਦੇ ਧੰਨਵਾਦੀ ਰਹਿਣਾ ਚਾਹੀਦਾ ਹੈ। ਹਉਮੈ ਨਹੀਂ ਕਰਨਾ ਚਾਹੀਦਾ ਮੇਰਾ ਘਰ ਵਧੀਆ ਅਤੇ ਗੁਆਂਢੀ ਦਾ ਘਟੀਆ ਹੈ, ਮੇਰੇ ਕੋਲ ਵੱਡੀ ਕਾਰ ਹੈ ਅਤੇ ਇਹਨਾਂ ਕੋਲ ਛੋਟੀ ਕਾਰ ਹੈ, ਮੇਰੇ ਕੋਲ ਮੋਟਰਸਾਈਕਲ ਅਤੇ ਸਾਈਕਲ ਇਹਨਾਂ ਕੋਲ ਨਹੀਂ। ਸਭ ਉਹਦਾ ਦਿੱਤਾ ਹੋਇਆ ਹੈ।
वारी वारी पढ़िया करो 6वीं अष्टपदी। फिर पर जेह प्रसाद 36 अमृत खाएं तिस ठाकर को रख मन माए। जे तू 36 प्रकार का भोजन खरे, नहीं कि हाँ मैं अमीर हाँ जी, मैं बड़ी कमाई की जी, मैं तां ही खा रहा जी, ये तो उसकी कृपा है। वो शुगर ला दे लै खा लै 36 प्रकार के भोजन, फिर ही जा मैं कह राजदाना वे जान से 10,000 रुपया जेब च आवे, कोली स्वीट्स को तू लंघ रहा हमें, तो जिहड़ा है सगंधी आई है खाण नूं जी करदा ते डॉक्टर कहता जे मिठा खादा मरेगा तू, फिर 10,000 क्या करेगा जी। तंदुरुस्ती भी उही दिंदा है, बीमारियां भी उही दिंदा है, अमीरी भी उही दिंदा है, गरीबी भी उही। जिस पासे लाउंदा उसे पासे मनुख लगता है। असीं अपनी मर्जी नाल नहीं लगे हुए, अपनी मर्जी नाल सत्संग च नहीं आए, जित जित लावो तित तित लगना, ये तो वो लाउंदा है। इसलिए बैठे धन्नवाद कर सच्चे पातशाह, तेरी कितनी कृपा है, तू सानू चंगे पासे लाता है। नहीं तू साडी जिंदगी नूं बर्बाद भी कर सकदा सी, तू सानू घटिया इंसान भी बना सकदा सी, तू सानू जेलां च भी भेज सकदा सी, तू सानू पुलिस दी कुट भी पवा सकदा सी, तू सानू हथ कड़ियां भी लवा सकदा सी। तेरी कृपा है जिंदगी दे 80 साल एक क्लास बीत गए, ਉਹਦੀ ਕਿਰਪਾ ਹੈ। ਧੰਨਵਾਦ ਦੇ ਵਿੱਚ ਜ਼ਿੰਦਗੀ ਜਿਵੀਂਦੀ ਹੈ। ਜਦੋਂ ਮਨੁੱਖ ਧੰਨਵਾਦ ਦੇ ਜ਼ਿੰਦਗੀ ਜਿਵੇਂ ਨਾ, ਗੁਰਬਾਣੀ ਉਸ 'ਤੇ ਚੌਗਣ ਕਰੇ ਨਿਹਾਲ, ਪਰਮਾਤਮਾ 4 ਗੁਣਾ ਨਿਹਾਲ ਕਰਦਾ ਹੈ ਵੀ ਤੂੰ ਮੇਰੀ ਰਜ਼ਾ ਵਿੱਚ ਹੈ, ਤੈਨੂੰ ਸਮਝ ਆ ਗਈ ਹੈ ਕਿ ਜੋ ਕੁਛ ਤੇਰੇ ਕੋਲ ਹੈ ਉਹ ਮੇਰਾ ਦਿੱਤਾ ਹੋਇਆ ਹੈ। ਇਸ ਲਈ ਸ਼ੁਕਰਾਨੇ 'ਚ ਰਹਿਣਾ ਚਾਹੀਦਾ। ਇਹ ਗਿਲੇ ਨਹੀਂ ਕਰਦੇ ਰਹੇ, ਗਿਲੇ ਕਰਨ ਦੀ ਥਾਂ 'ਤੇ ਬਾਣੀ ਪੜ੍ਹੋ, ਨਾਮ ਜਪੋ, बाकी जिहड़ी रह गई कसर वो परमात्मा पूरी कर देगा। तां गुरु महाराज कहते जे तू चाहना ना तेरी वडियाई होवे, कहते साध संग च आके ना अपनी हमें छड़ दे। जे को जन्म मरण ते डरे सा जना की शरणी पर, जिहड़ा जिहनूं जम्मण मरण तो डर लगता है, फिर कहते साधुओं की शरण च आ जाओ। जब साधुओं की शरण च आवोगे, एक सेवा करोगे, दूजा सिमरन करोगे, जमन मरण का चक्कर ही खत्म हो जाएगा, गल खत्म होगी बस। जब जमन मरण का चक्कर ही खत्म हो गया, डर आपे खत्म हो गया है। जिस जन को प्रभ दर्श प्यासा, नानक ताकै बल बल जासा। गुरु महाराज कहते जिस व्यक्ति नूं परमात्मा के दर्शनां की इच्छा है ना, प्यासा इच्छा डिजायर, गुरु महाराज कह मैं उस तो बलिहार जाता भी वाह भी बल्ले भी शाबाश भाई तेरे, तेनों परमात्मा मिलने की इच्छा पैदा हो गई है। इच्छा होएगी तो यतन होएगा, इच्छा तो बिना यतन नहीं होया करता। इच्छा है तो असीं कोई तरक्की कर सकते हैं, जो इच्छा ही नहीं फिर तरक्की की करनी। एक बंदे पढ़ने की इच्छा ही नहीं, फिर पढ़ाई की करेगा जी, नहीं करता। इच्छा जिहड़ी है ये तरक्की लई जरूरी हुंदी है, पर निरी इच्छा ना तरक्की नहीं हुंदी जिन्ना चਿਰ नाल यतन ना किया जाए। फिर यतन की भी लोड़ है इच्छा दे। इसलिए गुरु महाराज कहते जिस इंसान नूं परमात्मा के दर्शनां की प्यास है, इच्छा है, डिजायर है, गुरु महाराज कहते असीं उस तो बलिहार जाते हाँ। सगल पुरख मैं पुरख प्रधान, साध संग जाका मिटे अभिमान। गुरु की संगत चक जिहदा हंकार खत्म हो गया ना, वो तो सारे पुरखा च प्रधान पुरख तो महापुरख है। हंकार खत्म हो गया तो बस बंदा महापुरख हो गया। और की ये हंकार ही नहीं गल बनता। जिथे हंकार है तो नाम नहीं होएगा, तो जब नाम वस जाएगा हंकार खत्म हो जाएगा। इसलिए कहते जिहड़ा गुरु की संगत च आके अपना हंकार खत्म कर लेंदा है, वो सारे पुरखों दे विच प्रधान पुरख हो जाता है, आप महापुरख हो जाता है। सो हंकार ही छड्डना, ते हंकार उन्ना चिर नहीं बंदा छड्डदा जिन्ना चिर उन्हें 100% विश्वास नहीं हो जाता कि जो कुछ भी मेरे कोले है ये सब परमात्मा का दिता होया। तो फिर मान काहदा करना,
ਕਿਸੇ ਦੀ ਚੀਜ਼ 'ਤੇ ਅਸੀਂ ਮਾਣ ਨਹੀਂ ਕਰ ਸਕਦੇ। ਕਿਸੇ ਚੀਜ਼ 'ਤੇ ਕੀ ਮਾਣ ਕਰ ਸਕਦੇ? ਦਿੱਤੇ ਕਿਸੇ ਦਾ ਹੈ, ਅਤੇ ਜਿਹੜਾ ਕਿਸੇ ਦਾ ਦਿੱਤਾ ਹੈ ਉਹ ਵਾਪਸ ਵੀ ਲੈ ਸਕਦਾ ਹੈ। ਅਸੀਂ ਰੋਂਦੇ ਪਿੜਦੇ ਕਿਉਂ ਕਿ ਇਹ ਸਾਡਾ ਹੈ, ਇਹ ਸਾਡਾ ਹੈ। ਪਰਮਾਤਮਾ ਕਹਿੰਦਾ ਮੈਂ ਤੈਨੂੰ ਦਿੱਤਾ ਹੈ ਵਰਤਣ ਲਈ, ਮੇਰੀ ਮਰਜ਼ੀ ਵਾਪਸ ਲੈ ਲੈ, ਤੂੰ ਚੀਫ ਹੀ ਕਿਉਂ ਕਰਦਾ? ਮੈਂ ਦੇਖਿਆ ਕਿਸੇ ਵੀ ਚੀਜ਼ ਨੂੰ, ਚਾਹੇ ਕਿਸੇ ਦੀ ਹੈ, ਤੁਸੀਂ ਕਈ ਸਾਲ ਵਰਤ ਲਓ ਨਾ, ਹੌਲੀ ਹੌਲੀ ਤੁਹਾਨੂੰ ਲੱਗਦਾ ਤੁਹਾਡੀ ਹੋਈ ਹੈ, ਤੁਹਾਡੀ। ਕਈ ਲੋਕ ਕਿਸੇ ਚੀਜ਼ ਮੰਗ ਲੈਂਦੇ ਗੁਆਂਢ 'ਚੋਂ, ਉਹਦੇ ਮੋੜੇ ਨਹੀਂ ਜਾਂਦੇ, ਉਹ ਲੱਭਦਾ ਰਹਿੰਦਾ ਵੀ ਮੇਰੀ ਚੀਜ਼ ਕਿੱਥੇ ਗਈ, ਪਤਾ ਨਹੀਂ ਕਿਹੜਾ ਲੈ ਗਿਆ ਮੰਗ ਕੇ, ਮੋੜਦੇ ਹੀ ਨਹੀਂ ਹੈਗੇ। ਬਸ ਜਦੋਂ ਫਿਰ ਲੈਣ ਆ ਜਾਂਦਾ ਹੈ ਫਿਰ ਤਕਲੀਫ ਹੁੰਦੀ ਹੈ। ਪਰਮਾਤਮਾ ਕਹਿੰਦਾ ਇਹ ਧੀ ਪੁੱਤਰ ਮੈਂ ਤੁਹਾਨੂੰ ਦਿੱਤੇ ਨੇ, ਮੇਰੀ ਮਰਜ਼ੀ ਨੇ, ਜਿਹੜਾ ਮਰਜ਼ੀ ਵਾਪਸ ਲੈ ਜਾ। ਜੇ ਚੀਫ ਹੀ ਕੀਤੀ ਕਰੀ ਜਾਓ, ਤੁਹਾਡੀ ਚੀਫ ਹੀ ਮੈਂ ਕੋਈ ਨਹੀਂ ਸੁਣਨੀ, ਮੇਰੀ ਚੀਜ਼ ਸੀ ਮੈਂ ਲੈ ਚੱਲਿਆ। ਬਸ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਵੀ ਹਾਂ ਇਹ ਤਾਂ ਪਰਮਾਤਮਾ ਦਿੱਤਾ ਸੀ, ਉਹ ਲੈ ਗਿਆ, ਗੱਲ ਖਤਮ ਹੋ ਗਈ, ਰੋਂਦੇ ਪਿੜਦੇ ਨਹੀਂ ਹੈ। ਰਾਮ ਚੰਦਰ ਜੀ ਦੀ ਅੱਖਾਂ 'ਚ ਹੰਝੂ ਆ ਗਏ ਜਦੋਂ ਸੀਤਾ ਨੂੰ ਲੈ ਕੇ ਚੱਕੇ ਅਗਲੇ, ਪਰ ਦਸਵੇਂ ਪਾਤਸ਼ਾਹ ਦੇ ਸਾਹਮਣੇ ਬੱਚੇ ਸ਼ਹੀਦ ਹੋ ਰਹੇ ਨੇ, ਕੋਈ ਨਹੀਂ ਮੈਂ ਆਖਿਆ। ਹਾਂ ਉਹ ਕਹਿੰਦੇ ਠੀਕ ਹੈ, ਇਹ ਦਾਤਾ ਤੇਰੀ ਮਾਨਤ ਸੀ, ਅੱਜ ਤੇਰੇ ਤੱਕ ਸਹੀ ਸਲਾਮਤ ਪਹੁੰਚ ਗਈ ਹੈ। ਕਹਿੰਦੇ ਮੈਨੂੰ ਬਸ ਇਸੇ ਚੀਜ਼ ਦੀ ਖੁਸ਼ੀ ਹੈ। ਇਹ ਦਾਤਾ ਇਹ ਤੇਰੀ ਅਮਾਨਤ ਸੀ। ਅਮਾਨਤ ਜਿਹੜੀ ਕਿਸੇ ਚੀਜ਼ ਕੁਝ ਸਮੇਂ ਲਈ ਦਿੱਤੀ ਹੋਏ ਵੀ ਮੇਰੀ ਚੀਜ਼ ਰੱਖ ਲੈ। ਜਿਵੇਂ ਮੰਨ ਲਓ ਤੁਸੀਂ ਪ੍ਰਦੇਸ਼ ਚੱਲੇ ਹੋ, ਘਰ ਦੇ ਬਹੁਤ ਕੀਮਤੀ ਚੀਜ਼ਾਂ ਨੇ, ਤੁਸੀਂ ਆਪਣੇ ਕਿਸੇ ਨੂੰ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਨੂੰ ਦੇ ਜਾਂਦੇ ਹੋ ਕਿ ਭਾਈ ਮੈਂ 2-3 ਸਾਲਾਂ ਨੂੰ ਆਵਾਂਗਾ, ਫਿਰ ਮੈਂ ਚੀਜ਼ ਆਪਣੀ ਲੈ ਲਾਂਗਾ। ਉਹ ਚੀਜ਼ ਤੁਹਾਡੇ ਕੋਲ ਅਮਾਨਤ ਹੈ, ਜਦੋਂ ਵਾਪਸ ਆਵੇਗਾ ਉਹ ਚੀਜ਼ ਲੈ ਸਕਦਾ ਹੈ। ਅਤੇ ਜੇ ਫਿਰ ਅਸੀਂ ਚੀਫ ਹੀ ਕਰੀ ਵਾਲੇ ਤਾਂ ਕਮਾਲ ਹੈ ਯਾਰ, ਮੇਰੀ ਚੀਜ਼ ਹੈ, ਤੁਸੀਂ ਵਰਤ ਵੀ ਲਈ ਹੈ ਅਤੇ ਮੈਨੂੰ ਵਾਪਸ ਕਰੋ। ਪਰਮਾਤਮਾ ਕਹਿੰਦੇ ਜੋ ਕੁਛ ਤੁਹਾਡੇ ਕੋਲ ਹੈ ਤਾਂ ਮੇਰਾ ਦਿੱਤਾ ਹੋਇਆ ਹੈ, ਇਹ ਤਾਂ ਮੈਂ ਤੁਹਾਨੂੰ ਵਰਤਣ ਲਈ ਦਿੱਤਾ, ਪੱਕੇ ਤੌਰ 'ਤੇ ਨਹੀਂ ਦਿੱਤਾ ਕਿ ਤੁਸੀਂ ਸਮਝੋ ਵੀ ਸਰ ਪੱਕੇ ਤੌਰ 'ਤੇ ਦਿੱਤਾ ਫਿਰ ਤੁਸੀਂ ਕੋਈ ਮੇਰਾ ਹੈ, ਨਹੀਂ, ਮੈਂ ਤਾਂ ਤੁਹਾਨੂੰ ਵਰਤਣ ਲਈ ਦਿੱਤਾ ਹੋਇਆ ਹੈ। ਪਰਮਾਤਮਾ ਬੱਚੇ ਮੇਰੇ ਨੇ, ਇਹ ਤੁਹਾਡੇ ਨਹੀਂ ਹੈਗੇ, ਤੁਹਾਡੇ ਰਾਹੀਂ ਮੇਰੇ ਬੱਚੇ ਸੰਸਾਰ 'ਚ ਆਏ ਨੇ, ਤੁਹਾਨੂੰ ਤਾਂ ਮੈਂ ਪਾਲਣ ਪੋਸ਼ਣ ਲਈ ਦਿੱਤੇ ਨੇ, ਮੇਰੇ ਬੱਚੇ ਨੇ ਮੈਂ ਜਦੋਂ ਮਰਜ਼ੀ ਲੈ ਜਾ। ਬ੍ਰਹਮ ਗਿਆਨ ਇਸ ਗੱਲ ਦਾ ਗਿਆਨ ਹੁੰਦਾ, ਇਸ ਲਈ ਕਹਿੰਦਾ ਮਹਾਰਾਜ ਤੁਹਾਡੀ ਚੀਜ਼ ਸੀ, ਆ ਲਓ ਲੈ ਜਾਓ, ਬਸ ਜਿੰਨੀ ਮੈਂ ਵਰਤ ਰਹੀ ਸੀ ਵਰਤ ਲਈ ਹੈ। ਸੋ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਮੋਹ ਨਹੀਂ ਟੁੱਟਦਾ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਅੰਦਰੋਂ ਹੰਕਾਰ ਨਹੀਂ ਖਤਮ ਹੁੰਦਾ ਹੈਗਾ। ਗਿਆਨ ਹੋਣਾ ਹੋਰ ਗੱਲ ਹੈ, ਉਸ ਨੂੰ ਪ੍ਰੈਕਟੀਕਲ ਰੂਪ ਦੇਣਾ ਬਹੁਤ ਮੁਸ਼ਕਿਲ ਹੈ। ਗਿਆਨ ਤਾਂ ਮੈਨੂੰ ਹੈ ਅਤੇ ਤੁਹਾਨੂੰ ਵੀ ਕਰਾਤਾ ਮੈਂ ਗਿਆਨ, ਪਰ ਇੱਥੇ 100 ਰੁਪਈਆ ਗੁੰਮ ਜਾਏ ਚੀਂ ਫੀ ਕਰਦਾ ਰਹਿੰਦਾ ਬੰਦਾ, ਚੀਂ ਫੀ ਕਰਦਾ ਰਹਿੰਦਾ। ਗਿਆਨ ਤਾਂ ਹੈ ਵੀ ਹੁਣ ਫਿਰ ਚੀਂ ਫੀ ਕਿਉਂ ਕਰਦਾ ਵੀ? ਤਾਂ ਮੈਂ ਕਹਿੰਦਾ ਵੀ ਇਹ ਮੇਰਾ ਆਪਣਾ ਗਿਆਨ ਨਹੀਂ ਹੈਗਾ, ਇੱਕ ਹੁੰਦਾ ਆਪਣਾ ਗਿਆਨ, ਉੱਥੇ ਮੈਂ ਚੀਂ ਫੀ ਨਹੀਂ ਕਰਾਂਗਾ। ਇਹ ਤਾਂ ਗੁਰੂ ਮਹਾਰਾਜ ਦਾ ਗਿਆਨ ਹੈ, ਅਸੀਂ ਇੱਥੇ ਪਹੁੰਚਣਾ ਬਸ, ਇਹ ਤਾਂ ਸਾਡੀ ਮੰਜ਼ਿਲ ਹੈ। ਇਹ ਸਾਡੀ ਮੰਜ਼ਿਲ ਹੈ ਕਿ ਭਜਨ ਬੰਦਗੀ ਕਰਦਿਆਂ ਅਸੀਂ ਇਸ ਅਵਸਥਾ 'ਤੇ ਪਹੁੰਚ ਜਾਣਾ ਕਿ ਸਾਡਾ ਗਿਆਨ ਆਪਣਾ ਹੋ ਜਾਏ ਅਤੇ ਫਿਰ ਸਾਡਾ ਕੋਈ ਵੀ ਭਾਵੇਂ ਨੁਕਸਾਨ ਹੋ ਜਾਏ। ਪੰਜਾਬੀ ਦੇ ਬੜੇ ਪ੍ਰਸਿੱਧ ਲਿਖਾਰੀ ਹੋਏ ਨੇ, ਉਹ ਪ੍ਰੋਫੈਸਰ ਵੀ ਸਨ, ਆ ਜਾਏਗਾ ਨਾਮ ਯਾਦ ਮੈਨੂੰ, ਹਾਂ ਪੂਰਨ ਸਿੰਘ, ਪ੍ਰੋਫੈਸਰ ਪੂਰਨ ਸਿੰਘ। ਉਹਨਾਂ 100 ਕਿੱਲੇ ਘਾਹ ਬੀਜਿਆ ਸੀ ਜਿਸ ਤੋਂ ਕਾਗਜ਼ ਬਣਦਾ, ਵਿਸ਼ੇਸ਼ ਹੈ। 100 ਕਿੱਲੇ ਘਾਹ ਬੀਜਿਆ ਹੈ, ਹੜ੍ਹ ਆ ਗਿਆ ਹੈ, 100 ਦਾ 100 ਕਿੱਲਾ ਘਾਹ ਦਾ ਰੁੜ ਗਿਆ ਹੈ। ਕਿਸੇ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ ਤੁਹਾਡਾ ਸਾਰਾ ਹੀ ਘਾਹ ਰੁੜ ਗਿਆ ਹੈ। ਅੱਛਾ, ਕਦੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਚਲੋ ਚੰਗਾ ਹੋਇਆ, ਨਿਬੜਿਆ ਕੰਮ।
ਇੱਥੇ ਕੋਈ ਵਿਰਲਾ ਹੀ ਪਹੁੰਚ ਸਕਦਾ ਨਾ। ਫਿਰ 100 ਕਿੱਲਾ ਕਿਹਦੀ ਫਸਲ ਬਰਬਾਦ ਹੋ ਜਾਏ ਤੇ ਉਹ ਕਹੇ ਠੀਕ ਹੈ ਚਲੋ ਕਰ ਨਿਬੜਿਆ ਕੰਮ। ਸੋ ਇਸ ਲਈ ਇੱਥੇ ਇਹ ਤਾਂ ਸਾਡੀ ਮੰਜ਼ਿਲ ਹੈ, ਇੱਥੇ ਤੇ ਅਸੀਂ ਪਹੁੰਚਣਾ ਹੈ। ਇਹ ਨਹੀਂ ਸਮਝ ਲੈਣਾ ਕਿ ਜੈਮਲ ਸਿੰਘ ਕਥਾਕਾਰ ਵੀ ਇੱਥੇ ਪਹੁੰਚ ਗਿਆ ਹੈ। ਨਹੀਂ, ਮੈਂ ਤੇ ਸਿਰਫ ਅਰਥ ਕਰ ਕਰਕੇ ਆਪਣੇ ਆਪ ਨੂੰ ਤੇ ਤੁਹਾਨੂੰ ਸਮਝਾ ਰਿਹਾ ਕਿ ਜਿਉਂ ਅਸੀਂ ਵਿਸ਼ਵਾਸ ਲਿਆਵਾਂਗੇ ਬਾਣੀ 'ਤੇ, ਸਾਡਾ ਹੌਲੀ ਹੌਲੀ ਹੰਕਾਰ ਘਟਦਾ ਜਾਏਗਾ। ਇੱਕ ਦਿਨ ਫਿਰ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ, ਅੰਦਰ ਸਫਾਈ ਕਰ ਦੇਣੀ। ਹੋਰ ਕੀ ਅੱਗੇ ਕਹਿੰਦੇ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਆਂ ਸਭ ਤੇ ਉੱਚਾ। ਜਿਹੜਾ ਆਪਣੇ ਨੂੰ ਨੀਵਾਂ ਸਮਝਦਾ ਵੀ ਮੈਂ ਤਾਂ ਜੀ ਨਿਮਾਣਾ ਹਾਂ, ਨਿਤਾਣਾ ਹਾਂ। ਇੱਕ ਤਾਂ ਕਹਿੰਦੇ ਦੋ ਤਰ੍ਹਾਂ ਦਾ ਹੁੰਦਾ। ਏਠਾ ਲਿਖਿਆ ਹੁੰਦਾ ਗੁਰੂ ਘਰ ਦਾ ਕੂਕਰ, ਸਾਧ ਸੰਗਤ ਦਾ ਕੂਕਰ। ਉਹਨੂੰ ਜਾ ਰਿਹਾ ਵੇ ਨਾ, ਉਹਨੂੰ ਆ ਵੀ ਕੂਕਰਾ ਕੀ ਹਾਲ ਚਾਲ ਹੈ, ਅੱਗੋਂ ਲੜ ਪਊਗਾ, ਲੜ ਪਏਗਾ। ਉਂਝ ਹਾਂ ਸਾਧ ਸੰਗਤ ਦਾ ਦਾਸ ਜੀ ਹੈ, ਉਹ ਫਿਰ 10 ਸਾਲ ਉਹਨੂੰ ਕੋਈ ਕੰਮ ਕਹਿਦਾ ਦੇਖੋ ਤਕਲੀਫ ਆਉਂਦੀ। ਇੱਕ ਤੀਸਰਾ ਲਿਖਿਆ ਹੁੰਦਾ ਐਵੇਂ ਲੋਕਾਂ ਨੂੰ ਧੋਖਾ ਦੇਣਾ, ਮੂਰਖ ਬਣਾਉਣਾ ਵੀ ਮੈਂ ਤਾਂ ਪਤਾ ਨਹੀਂ ਕੀ ਹੈ। ਇੱਕ ਵਾਕਈ ਹੁੰਦੇ ਨੇ ਆਪਸ ਕੋ ਜੋ ਜਾਣੇ ਨੀਚਾ, ਜਿਹੜਾ ਆਪਣੇ ਆਪ ਨੂੰ ਨਿਮਾਣਾ ਸਮਝਦਾ, ਸੋ ਗਣੀਆਂ ਸਭ ਤੇ ਉੱਚਾ। ਉਹਨੂੰ ਸਭ ਤੋਂ ਉੱਚਾ ਸਮਝਣਾ ਚਾਹੀਦਾ ਹੈ, ਕਿਉਂਕਿ ਉਹਦੇ 'ਚ ਨਿਮਰਤਾ ਹੈ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਮਿੱਠਾ ਬੋਲਣਾ ਅਤੇ ਨਿਮਰਤਾ ਨਾਲ ਰਹਿਣਾ ਬਹੁਤ ਵੱਡਾ ਗੁਣ ਹੈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਰੀਨਾ ਹੁੰਦਾ ਚਰਨ ਧੂੜ। ਜਿਹਦਾ ਮਨ ਸਾਰਿਆਂ ਦੀ ਚਰਨ ਧੂੜ ਹੋ ਜਾਏ, ਹਰ ਹਰ ਨਾਮ ਤਿੰਨ ਘਟ ਘਟ ਚੀਨਾ, ਚੀਨਾ ਹੁੰਦਾ ਵੇਖਣਾ। ਉਹ ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਨੂੰ ਵੇਖਦਾ ਹੈ ਕਿ ਪਰਮਾਤਮਾ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ। ਉਹਨੂੰ ਇਹਦਾ ਪਤਾ ਲੱਗਣ ਲੱਗ ਜਾਂਦਾ, ਕਿਉਂਕਿ ਉਹਦੇ ਅੰਦਰ ਨਿਮਰਤਾ ਆ ਗਈ ਹੈ। ਕਿਉਂਕਿ ਜਿੱਥੇ ਨਿਮਰਤਾ ਹੋਏਗੀ ਉੱਥੇ ਪਰਮਾਤਮਾ ਹੋਏਗਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਜਿਹੜਾ ਆਪਣੇ ਮਨ ਤੋਂ ਬੁਰਾਈ ਖਤਮ ਕਰ ਲੈਂਦਾ ਹੈ, ਜਿਹੜਾ ਕਿਸੇ ਦਾ ਬੁਰਾ ਮੰਗਦਾ ਹੀ ਨਹੀਂ ਹੈਗਾ। ਪੇਖੈ ਸਗਲ ਸ੍ਰਿਸ਼ਟ ਸਾਜਨ, ਪੇਖੈ ਮੈਨੇ ਵੇਖਦਾ ਹੈ, ਸਗਲ ਮੈਨੇ ਸਾਰੀ ਸ੍ਰਿਸ਼ਟੀ ਨੂੰ ਆਪਣਾ ਮਿੱਤਰ ਸਮਝ ਰਿਹਾ। ਉਹ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣਾ ਸੱਜਣ ਮਿੱਤਰ ਸਮਝਦਾ ਹੈ, ਜਿਹਦੇ ਅੰਦਰੋਂ ਬੁਰਾਈ ਖਤਮ ਹੋ ਜਾਂਦੀ ਹੈ। ਸੁਖ ਦੁਖ ਜਨ ਸਮ ਦ੍ਰਿਸ਼ਟੇਤ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਹੜਾ ਜਨ ਹੁੰਦਾ ਨਾ ਪਰਮਾਤਮਾ ਦਾ ਭਗਤ, ਉਹਦੇ ਲਈ ਸੁੱਖ ਅਤੇ ਦੁੱਖ ਸਮ ਹੁੰਦਾ ਬਰਾਬਰ। ਉਹ ਸੁੱਖ ਅਤੇ ਦੁੱਖ ਨੂੰ ਬਰਾਬਰ ਸਮਝਦਾ। ਕਿਉਂ? ਉਹਨੂੰ ਵਿਸ਼ਵਾਸ ਹੁੰਦਾ ਕਿ ਸੁੱਖ ਵੀ ਹੈ ਇਹ ਰੱਬ ਦੇ ਹੁਕਮ ਨਾਲ ਆਇਆ, ਦੁੱਖ ਵੀ ਉਹਦੇ ਹੁਕਮ ਨਾਲ ਆਇਆ। ਸੁਖ ਦੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੁਤ ਸਹਿ ਚਿਤਾਰ। ਹੇ ਇਨਸਾਨ, ਸੁੱਖ ਅਤੇ ਦੁੱਖ ਤੇ ਪਰਮਾਤਮਾ ਦੇ ਹੁਕਮ ਨਾਲ ਆ ਰਹੇ ਨੇ। ਇਸ ਲਈ ਹੋਰ ਯਤਨ ਛੱਡ, ਪਰਮਾਤਮਾ ਦਾ ਨਾਮ ਜਪ, ਤਾਂ ਜੋ ਜਿਹੜਾ ਹੈ ਉਹ ਤੇਰੇ ਦੁੱਖਾਂ ਨੂੰ ਦੂਰ ਕਰ ਦੇ, ਤੈਨੂੰ ਸੁੱਖ ਦੇ ਦੇ। ਇਹ ਤਾਂ ਉਹਦੇ ਹੁਕਮ ਨਾਲ ਆਏ ਨੇ। ਸਿਰਫ ਇੰਨੇ ਕਿ ਸਾਧਨ ਕੋਈ ਬਣ ਜਾਂਦਾ ਹੈ। ਮੈਂ ਪਰਮਾਤਮਾ ਦਾ ਮੰਨ ਲਓ ਹੁਕਮ ਹੈ, ਤੇਰੀ ਲੱਤ ਟੁੱਟੇਗੀ ਇੰਨੇ ਸਣ 'ਚ ਫਲਾਣੇ ਦਿਨ ਨੂੰ, ਮੈਂ ਚੰਗਾ ਭਲਾ ਆਪਣੇ ਪਾਸੇ ਨੂੰ ਜਾ ਰਿਹਾ, ਮੰਨ ਲਓ ਮਗਰ ਆ ਕੇ ਕੋਈ ਵਿੱਚ ਮੋਟਰਸਾਈਕਲ ਗੱਡੀ ਮਾਰੇਗਾ, ਮੇਰੀ ਲੱਤ ਤੋੜ ਜਾਏਗਾ। ਕਾਰਨ ਬਣ ਗਿਆ ਨਾ। ਇੱਕ ਚੀਜ਼ ਟੁੱਟਣੀ ਸੀ, ਉਹ ਲਿਖੀ ਹੋਈ ਸੀ। ਅੱਕਾ ਅੱਕਾ ਗਗਨ 'ਚ ਲੰਮੇ ਸਾਰੇ ਕਾਦਾ ਸੰਪੂਰਨ ਸਿੰਘ ਦਾ ਲੜਕਾ ਹੁੰਦਾ, ਕਈ ਸਾਲਾਂ ਦੀ ਗੱਲ ਹੈ। ਇਹਨੂੰ ਜੋਤਸ਼ੀ ਨੇ ਕਹਿਤਾ ਵੀ ਫਲਾਣੇ ਮਹੀਨੇ ਦੀ ਫਲਾਣੀ ਤਰੀਕ ਨੂੰ ਤੇਰੇ ਦੋਨੋਂ ਗੋਡੇ ਟੁੱਟ ਜਾਣੇ ਹਨ। ਇਹ ਮੇਰੇ ਕੋਲ ਆ ਗਿਆ, ਹੁਕਮ ਨਾ ਮੈਂ ਲਿਆ, ਮੈਂ ਹਾਂ ਟੁੱਟ ਜਾਣੇ ਨੇ। ਕਹਿ ਜੀ ਕੀ ਕਰੀਏ? ਮੈਂ ਫਿਰ ਆਪਣੇ ਕੋਲ ਬਾਣੀ ਹੋਈ ਹੈ। ਹੁਣ ਟੁੱਟਣ ਦਾ ਕਾਰਨ ਹੈ, ਉਹ ਬਾਣੀ ਹੁਣ ਕਾਰਨ ਦੂਰ ਕਰੇਗੀ ਤਾਂ ਜਾ ਕੇ ਗੱਲ ਬਣੇਗੀ। ਮੈਂ ਉਹਨੂੰ ਪਾੜ ਦੇ ਤਾ,
मैं तू आ जाप करदा रहा कर भाई उस तरीक तक। चलो जिवें कल नूं वो तरीक आउणी होवे, उन्हें फैसला किया मैं जाते नहीं बैंक, मैं छुट्टी लै लेना, घर पिया रहांगा, वध तो वध गुसलखाने च डिगण का खतरा हुंदा, हथ पा के मैं गुसलखाने जा लांगा, पै गया जी मंजे ते। जब टाइम हो गया 10 बजे बैंक का, 10:30 टैलीफोन आ गया भी चंडीगढ़ तो वड्डा अफसर आ रहा है, फटाफट बैंक पहुँच। कहते लै भी अज तो टुटणगे। स्कूटर से चढ़ गया, चलो मेरी लत्तां लम्मियां ने भी मैं हौली 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 जाई जाना, तो जे कोई गल तो पैर ला लांगे धरती ते। तुरया जा रहा स्कूटर से, अगे 3 व्हीलर है, 3 व्हीलर के मगर मगर हौली 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 जा रहा। 3 व्हीलर के अगे अचानक कुत्ता आ गया, उन्हें एकदम ब्रेक मारी 3 व्हीलर ने, ये विच जा वजे, मोटरसाइकिल सड़क ते डिग पिया, दोनों गोडे सड़क ते बजे। पर क्योंकि पाठ कर करके कर्म घटा लिया, इसलिए झरीटा पै गया, टुटण तो बच गए। एग्जैक्ट उसी तरीक नूं होया। हाँ कारण बनना सी बस। वो ज्योतिषी पहला दसदा भी तेरी लत्तां टुटणगीआं, अरे लिखिया होया ना, तां ही ज्योतिष दस्सिया। ज्योतिष विद्या से साड़ी किस्मत पढ़ती है भी साड़ी किस्मत परमात्मा ने की लिखता है। वो की जिवें एक प्राइमरी टीचर हुंदा, एक हाई स्कूल का टीचर हुंदा, एक कॉलेज का हुंदा, एक यूनीवर्सिटी का, चारां दे ज्ञान च फर्क हुंदा अड्ड अड्ड। भाई तो चारे ही टीचर ने ज्ञान च, इस तरह ज्योतिषियां दे भी ज्ञान च फर्क हुंदा। बस कई बड़े योग हुंदे ने। हाँ जी, ये भी एक साइंस है, एकदम किसी चीज़ को रद्द नहीं कर देना चाहिए भी, ये भी एक साइंस है। देखो जो लिखिया होया है साड़ी किस्मत च, वो दस दिन भाई आ होगा आ होगा आ होगा आ होगा। भृगु ही होया बड़ा बड़ा साधु, जिन्हें आज तो कई हजार सैकड़े साल पहला लिखता जी। हाँ जी, उन्हें इस तरह तरीके वरते जो जैमल सिंह लिखता है भाई आ होगा, जैमल सिंह फलाने सन जो होएगा वो आ कुछ बीतेगा। वो कार्ड जे बने हुए ने जी। उत्ते जा इस संत मस्कीन सिंह जी मन गए इस गल नूं, वो भी कहते हैं मैं कहता ਉਹਦੇ ਕੋਲ ਚਲਿਆ ਗਿਆ, ਉਹਨੇ ਉਹਦੇ ਕੁਦਰਤ ਮੇਰਾ ਕਾਰਡ ਕੱਢ ਲਿਆ। ਉਹ ਮੈਨੂੰ ਕਹਿੰਦੇ ਤੁਹਾਡਾ ਆ ਹੋਏਗਾ ਆ ਹੋਏਗਾ ਆ ਹੋਏਗਾ ਆ ਹੋਏਗਾ, ਕਹਿੰਦੇ ਉਸੇ ਤਰੀ ਹੋਇਆ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜੋਤਸ਼ੀਆਂ ਦੇ ਮਗਰ ਫਿਰੋ, ਇਹ ਮੇਰਾ ਭਾਵ ਨਹੀਂ, ਪਰ ਮੈਂ ਇਹ ਕਹਿਣਾ ਕਿ ਇਹ ਇੱਕ ਵਿਦਿਆ ਹੈ। ਹਾਂ ਠੀਕ ਹੈ ਵੀ ਇੱਕ ਸੜਕਾਂ ਦੇ ਕੰਢੇ 'ਤੇ ਬੈਠੇ ਨੇ, ਇੱਕ ਭਾਈ ਹੋਰ ਤਰ੍ਹਾਂ ਬੈਠੇ ਨੇ, ਆਪਣੀ ਆਪਣੀ ਯੋਗਤਾ 'ਚ ਫਰਕ ਹੁੰਦਾ ਵੈਸੇ। सो ज्योतिष विद्या साड़ी किस्मत ते खड़ी है, वो साड़ी किस्मत दसदी है। वो किस्मत नूं बदलदा उन्हां अपना ढंग है, वो भी दस दिन ढंग तरीका भी तू आ मंत्र करा आ पाठ करा, इस तरह कर ओ कर, असी बाणी रही कर बस बदलते हैं। सो तां गुरु महाराज कहते सुख दुख जन सम दृष्टिता, जिहड़ा परमात्मा दा भगत है सुख अते दुख नूं बराबर समझदा है, सम बराबर। नानक पाप पुण्य नहीं लेपा, इसलिए पाप ते पुण्य दा उत्ते असर ही नहीं हुंदा, असर ही नहीं हुंदा। कोई पाप पुण्य दा उस ते असर नहीं हुंदा, क्योंकि उहनूं पता है सब परमात्मा दे हुक्म च हो रहा है। निरधन को धन तेरो नाम, निथावे को नौ तेरा थम। हे परमात्मा निरधन, गरीब नूं कहंदे कोई धन ना होवे, निर मैंने बिना, बिना धन तो जिहड़ा जिन्हों आपां गरीब कहने। निरधन को गरीब लई धन तेरो नाम, हे परमात्मा तेरा नाम ही उहदे लई ते धन है, गरीब लई तेरा नाम ही धन है। क्योंकि जे नाम जपी जाएगा जपी जाएगा जपी जाएगा, हौली हौली दी गरीबी बदलनी शुरू हो जाएगी, ਉਹਦੀ गरीबी अमीरी च बदलनी शुरू हो जाएगी। पर बहुते लोगों को ज्ञान नहीं है, इसलिए गुरबत दे विच ही रही जाते हैं, उन्होंने अपनी किस्मत बदलने की जाच ही नहीं हैगी। जे उन्हें कोई दसदा उन्होंने विश्वास नहीं आता, उस तरह करते नहीं है। साधु संत महात्मा थां थां ते जाके कहते रहते भाई बाणी पढ़ो नाम जपो, नहीं
लोग मनते ही नहीं है। सुन सुना के लंगर पानी छके तुरते बने, मने बिना तो नहीं ना गल बनती हैगी। बाणी गरीबी नूं दूर कर दिंदी है। मैं बिशंबर दास दी इसलिए तुहानूं दसी है। एक बंदा मेरे को आया कई साल की गल, त्रिपड़ी चो दी एक दुकान, कहता बाबा जी मेरी चलती नहीं। मैं चल यार इस तजर्बा कर दे। जो बिशंबर दास से तजर्बा होया मैं उन्होंने उसी तरह कहता भी आ कर तू। बस 3-4 चलीहे कीते, कहते बाबा जी बड़ी किरपा हो गई है। हुण तो मैं एक होर खोल ली है। मेरे 2 पुत्र ने, दोनों दुकान पर बहन, मैं दिल्ली तो माल लिया। हौली तरक्की करते कदे असल 22 नंबर फाटक ते शोरूम है उन्होंने। बाणी है ये कर्म कट दिंदी है। जिन्ना कर्मा करन गरीबी भी नहीं, कर्म ही कटते हैं। पर ना सानू सोझी होने करके, ना सानू विश्वास होने करके, या ना यतन करके असी गुरबत फिरदे हैं। बाणी पढ़ो तो मैं ਜਿਹੜੇ ਆਪਣੇ ਰਿਸ਼ਤੇਦਾਰ ਬੀਬੀਆਂ ਨੂੰ ਕਹਿੰਦੇ ਮੈਂ ਭਾਈ ਤੋਂ ਦੇ ਨਲਾਇਕ, ਇਹਨਾਂ ਤੋਂ ਮੈਨੂੰ ਕੋਈ ਉਮੀਦ ਨਹੀਂ, ਅਤੇ ਤੁਸੀਂ ਕੁਛ ਕਰ ਲਓ ਜੇ ਘਰ ਨੂੰ ਬਚਾਉਣਾ ਤੁਸੀਂ। ਇਹ ਤਾਂ ਨਖਿੱਧ ਹੁੰਦੇ ਨੇ ਬੰਦੇ ਦੇ, ਪੰਜਾਬ ਦੇ ਖਾਸ ਕਰਕੇ। ਇਹਦੇ ਕਿਸੇ ਕੰਮ ਦੇ ਨਹੀਂ। ਨਾ ਇਹਨਾਂ ਨੂੰ ਪੜ੍ਹਾਈ ਆਵੇ ਅਤੇ ਨਾ ਇਹਨਾਂ ਦੀ ਪਾਠ 'ਚ ਕੋਈ ਰੁਚੀ ਹੈਗੀ। ਹਾਂ ਅਵਾਰਾਗਰਦੀ ਕਰਾ ਲਓ। 1.5 ਲੱਖ ਦੇ ਮੋਟਰਸਾਈਕਲ ਦੇ सड़कों पर जाते भजाई जाते, पटाखे जे पाई जाते हैं। हाँ जी बस आ इन्होंने काम है। यूजलैस हो गए लोग। हाँ जी इसलिए मैं मैनू भाइयां भूइयां तो कोई उम्मीद है नहीं, ना इन्हों की कोई पाठ च रुचि हैगी। भाई तो पंजाब नूं डोबदे ने, ये तो बीबियां पाठ करके फिर उपर नूं लै आउंदियां ने। भाई फिर डोबदे ने शराब पी के, नशे करके, पुठे काम करके। ये सानू डोब रहे ने। बीबियां फिर बेचारियां पाठ कर उपर नूं लै दी। साडा तां बचा है। जिदे बीबी नास्तिक हो गई ना, सत श्री अकाल हो जाने दे बस। फिर जा फिर तुसीं जिन्ना जिन्ना देशां दियां बीबियां नास्तिक हो गई ने, उन्हां देशां देखो की हाल हो गया। कोई नहीं, बस खत्म हो गया काम। सो इसलिए गुरु महाराज कृपा करन। अजे मैनूं इन्हां तो उम्मीद है कि तो मैं कहता रहना भी चलो भाई वो नहीं, मेरे को आउंदे रहिंदे ने। 2005 तो लैके 16 साल हो गए। मुंडियां नूं मैं पाड़ दिना, अगों माँ कहती मैं कर ला, माँ नूं पता नहीं करना। भैन आई है नाल, मैं कर ला जी। जे कहती धी आई वो कहती मैं कर ला जी। क्यों मैं फिर मैं एक बारी खिच जाना, मैं क्यों इहदियां लत्तां बांह टुटियां, ये आप क्यों नहीं करता है। मैनू ना गुरु महाराज कहते हो तू अमीर है, तू पैसे दे के खंड पाठ करांदा रहना है, अब क्यों नहीं पाठ करता, अब कर तो ठीक होएगा तू। मैं सत बचन जी, मैं कल तो ठीक है। कह तू अमीर है, तू तो 5500 दिता पाठ करा लिया, तू की करदा है, तू अपनी तंदुरुस्ती लिया पाठ कर। मैं इसलिए कहता मैं नहीं अगे तो अखंड पाठ अपने लिए करांदा, मैं तो आप ही पाठ करूँ। आप करना होर गल है, किसी ने करना होर गल है। मैं तू आप पाठ कर। मान लो तुसी सहज पाठ कर रहे हो, सारे का सारा फल तुहानू मिलना है। तुसी किसी तो करवा रहे हो 25% तो वो ले जूगा विचों। ते गुरु महाराज तू की कीता, जो तेरे पाठ हो तू आप क्यों नहीं कीता। वो मैनू कह तेरी लत्तां बाहां टुटियां, तू आप कर ले, आप क्यों नहीं करता तू। हाँ पैसे हैगे, अज चलो जी ला दो जी। हाँ जी हाँ मेरा 20-22 सन वधिया पति, कहते कोई करता तेरा वधिया। हाँ पढ़ कर आप करना। भाइयों नूं भी इसी लिए कहना आप करो, अपना थी अपना आपे ही का सवारी। वो बेबियां नूं पता दे जिहड़े नरम दिल हुंदियां ने भी इन्हां ते करना कोई नहीं, चलो परिवार दा भला हो जाए असी ही कर लैनियां। मैं फिर मैं की करा, मैं चंगा भाई तू कर ले भी चल कुछ तो होवे नाल तो। सो माड़ा ही हाल हो गया है। असी आप मैं हैरान, असी अपने भले लिए कुछ करन नूं तैयार नहीं, दूजे नूं की लोड़ है साडा भला करदा फिर। इंग्लिश देखो बाइबल कहते गॉड हैल्प्स दोज हू हैल्प दैमसैल्व्स। रब उन्हां दी मदद करदा जिहड़े अपनी मदद आप करदे ने।
आप यतन करो, फिर परमात्मा उस किरपा करेगा भी हाँ ये यतन कर रहा है। देखो बिल्कुल ठीक लिखिਆ, कहते परमात्मा उन्होंने की मदद करता है ਜਿਹੜੇ अपनी मदद आप कर पा, जो आप यतन कर रहे हैं परमात्मा उन्होंने की मदद कर दे। आप यतन ही कोई नहीं करना तो फिर परमात्मा की करे। सो इसलिए अनपढ़ हो कोई गल नहीं, मूल मंत्र तो जाप करी जो, नहीं बाणी पढ़नी होंगी ठीक है, जिन्होंने बाणी पढ़नी होंगी वो सहज पढ़ करते रहो। जे तुहानू किसी ने पाठ दिता है भई आ करो, फिर वो करते रहो। नाले याद रखो एक बाणी गुरु ग्रंथ का एक हिस्सा है, संपूर्ण नहीं है। सारी बाणी देखो, सारी बाणी एक बाणी एक हिस्सा है ना सारी दा, वो एक हिस्से दे विच जे इन्नी ताकत है तो सारी बाणी च कितनी होवेगी तुसीं आप अंदाजा ला लो। जे एक सुखनी साहब दे विच इन्नी ताकत है 34 सफ़ियां दे विच, तां 1430 सफ़ियां च कितनी ताकत होगी तुसीं आप अंदाजा लो। इसलिए जिन्होंने बाणी पढ़नी होती सहज पढ़ करते रहा करो। 10 सफ़े रोज़ दे करो, कर लो भी मैं अद्धा घंटा मेरे को टाइम है, अद्धा घंटा करना, अद्धे घंटे 10 सफ़े हो जाने, तो भी महीने 300 हो जाएंगे, 5 महीनों सहज पढ़दा भोग पे, साल 2 भोग पै जाने। नाले बाणी आती रहेगी, बाणी नाल जुड़े रहेंगे। बाणी के दर्शन गुरु के दर्शन होंगे ने, जो असीं बाणी के दर्शन गुरु के नाले दर्शन होंदे रहणगे रोज़। अखां पवित्र होंदियां, गुरु के दर्शन अखां पवित्र होंदियां। रसना बाणी बोल रही, रसना पवित्र होंदी है। कन्न बाणी सुन रहे ने, कन्न पवित्र होंदे ने। हत्थां दे नाल गुरु के अंग बदले जा रहे, हत्थ पवित्र होंदे ने। पैर पवित्र चल के असीं पाठ करन आए गुरु के दर ते। हाँ जी, कितने लाभ ने। इसलिए आप भी कुछ यतन करया करो। नहीं बाणी पढ़नी तो ठीक है, अपना बैठो कुछ समा कढ़ो, मूल मंत्र का जाप करते रहो। वो भी औखा तो वाहिगुरू वाहिगुरू करते रहो, इदों सौखा तो और कोई नहीं है। हाँ जरूर करना चाहिए, एवें समा नहीं 24 के 24 घंटे खराब करने चाहिए। महापुरुष तो कहते घट तो घट 2.5 घंटे इस पासे जरूर लाने चाहिए। दसवंध भी 10वां हिस्सा समय का इस पासे भजन बंदगी वाले पासे लाना चाहिए। जिवें आपां दसवंध दान करते हाँ, इस तरह ये 10वां हिस्सा इधरले पासे लाना चाहिए। तो परमात्मा ने तो कहा भी तुसीं जपड़े ही मेरा नाम है, बस होर मेरे लिए कोई करो ना करो, मैं तो नाम जपन लई भेजा है। वो कहा तुसीं मेरा नाम जपो, मैं तुहाडे कारज सवार दूंगा, क्यों एवें वक्त नूं फड़े हुए हो। भाई बंदे नूं समझ नहीं आती करिए क्या। मैनूं कई बार उही गल्लां हर दूजे तीजे रिपीट करनियां पैंदियां ने। मेरे मन च दर्द है, मैं चाहुंदा कि साडा समाज सुखी होवे। वो 2 गल्लां नाल ही हो सकदा है, एक शुभ कर्म करके, एक भजन बंदगी करके। उंज नहीं हो सकदा, उंज नहीं हो सकदा। तके तोड़े जिंदगी खाने तो किन्नी दुनिया खा रही है। देखो किन्ने 1200 कैदियां नूं थां दी जेल च 1400 1500 डके हुए ने डंगरां वांगू। हाँ जी इन्ने भर गईयां जेलों ने। हाँ जी ये पुठे काम करने वाले नाल भरियां ने। जिस स्टेट जिन्नी ज़्यादा पुलिस होगी उस तो साफ ज़ाहिर है कि उस स्टेट के लोग उन्ने ही घटिया ने। असीं बिहार नूं पहलां कहंदे सी ये लुचे लफंगियां दी स्टेट है, नहीं हुण पंजाब नूं कहना चाहिए। हरल हरल करदी है पुलिस, हर मोड़ ते खड़ी है पुलिस। इस तो साफ ज़ाहिर है कि असीं चंगे लोग नहीं रहे हैं, असीं बाणी तो बहुत दूर चले गए हैं। आप भी दुखी होने, अपने परिवार नूं भी दुखी करते हैं। गुरु महाराज सानूं सोझी बख्शे। गुरु महाराज कहंदे निरतन को तन तेरो नाम निथावे कौन नो तेरा थां। है परमात्मा गरीब लई तेरा नाम ही धन है, निथावे लई तेरा नाम ही थां है। निमाणे को प्रभ तेरो मान। हे परमात्मा जिहड़े निमाणे ने उन तो तेरे ती मान है, उन्होंने तेरे ती मान है। सगल कटा को देवो दान। तुसीं सारे शरीर नूं खाण पीण पहनण लई दिंदे हो। करण करावन हार स्वामी सगल कटा के अंतर जामी। परमात्मा सब कुछ करण कराउण वाला है। घाट शरीर नूं कहंदे पाप मनन, सारे शरीरां दा अंतर जामी है।
ਸਾਡੇ ਅੰਦਰ ਕੀ ਵਿਚਾਰ ਚੱਲ ਰਹੇ ਨੇ ਉਹ ਸਭ ਉਸ ਨੂੰ ਪਤਾ ਹੈ। ਆਪਣੀ ਗਤ ਮਿਤ ਜਾਣੋ ਆਪੇ। ਇਹ ਗਤ ਹੁੰਦੀ ਹੈ ਅਵਸਥਾ, ਮਿਤ ਹੁੰਦੀ ਹੈ ਸਮਰੱਥਾ। ਇਹ ਪਰਮਾਤਮਾ ਤੁਸੀਂ ਆਪਣੀ ਅਵਸਥਾ ਨੂੰ, ਆਪਣੀ ਸਮਰੱਥਾ ਨੂੰ ਆਪ ਹੀ ਜਾਣਦੇ ਹੋ। ਆਪਨ ਸੰਗ ਆਪ ਪ੍ਰਭ ਰਾਤੇ। ਇਹ ਪਰਮਾਤਮਾ ਤੂੰ ਤੇ ਆਪਣੇ ਆਪ 'ਚ ਮਸਤ ਹੈ, ਤੂੰ ਆਪਣੇ ਆਪ 'ਚ ਮਸਤ ਹੈ। ਤੁਮਰੀ ਉਸਤਤ ਤੁਮ ਤੇ ਹੋਏ। ਹੇ ਪਰਮਾਤਮਾ ਤੇਰੀ ਇੰਨੀ ਵਡਿਆਈ ਹੈ ਕਿ ਅਸੀਂ ਤੇ ਕਰ ਹੀ ਨਹੀਂ ਸਕਦੇ। ਤੂੰ ਆਪਣੀ ਵਡਿਆਈ ਨੂੰ ਆਪ ਹੀ ਜਾਣਦਾ ਹੈ, ਤੂੰ ਹੀ ਵਡਿਆਈ ਕਰ ਸਕਦਾ ਹੈ। ਨਾਨਕ ਅਵਰ ਨਾ ਜਾਣਸ ਕੋਏ। ਹੇ ਪਰਮਾਤਮਾ ਹੋਰ ਤਾਂ ਤੇਰੀ ਕੋਈ ਵਡਿਆਈ ਜਾਣਦਾ ਹੀ ਨਹੀਂ ਹੈ। ਸੋ ਇਸ ਲਈ ਸਤਿਕਾਰਯੋਗ ਸਾਧ ਸੰਗਤ ਜੀ, ਜਿੰਨਾ ਵੀ ਹੋਵੇ ਸ਼ੁਭ ਕਰਮ ਕਰੋ, ਭਜਨ ਬੰਦਗੀ ਕਰੋ, ਆਪਣੇ ਪਰਿਵਾਰ ਨੂੰ ਪਾਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।